Psalms in Punjabi context ਦਾ Psalms of Asif series ਦਾ ਤੀਸਰਾ ਐਪੀਸੋਡ। ਅੱਜ ਦੇ ਐਪੀਸੋਡ ਵਿੱਚ ਅਸੀਂ Psalm 74 ਨੂੰ ਕਵਰ ਕਰਾਂਗੇ। ਮੈਂ ਤੁਹਾਡੇ ਸਾਰਿਆਂ ਦਾ ਸ਼ੁਕਰ ਕਰਦੀ ਹਾਂ ਜੇ ਤੁਸੀਂ ਸਾਡੇ ਐਪੀਸੋਡਸ ਨੂੰ ਦੇਖਦੇ ਆ ਤੇ ਸਾਡੇ ਨਾਲ ਇੰਗੇਜ ਆ। ਅਸੀਂ ਤੁਹਾਨੂੰ ਇਨਵਾਈਟ ਕਰਦੇ ਹਾਂ ਕਿ ਤੁਸੀਂ ਕਮੈਂਟ ਬਾਕਸ ਵਿੱਚ ਆਪਣੇ ਸਵਾਲ ਆਪਣੀ ਕਮੈਂਟਰੀ ਸਾਡੇ ਸਾਰੇ ਨਾਲ ਸ਼ੇਅਰ ਕਰੋ। ਸਾਡੇ ਵਿੱਚ ਅੱਜ ਆਂਟੀ ਜੋਤੀ, ਆਂਟੀ ਸਿਪਲ ਤੇ ਅੰਕਲ ਜੋਸ਼ੂਆ ਸਕ੍ਰਿਪਚਰ ਰੀਡਿੰਗ ਪੜ੍ਹਨਗੇ ਐਂਡ ਪਾਸਟਰ ਐਰਿਕ ਇਹਨਾਂ ਤੇ ਰਿਫਲੈਕਸ਼ਨ ਦੇਣਗੇ। ਇਸ ਤੋਂ ਪਹਿਲਾਂ ਕਿ ਅੱਜ ਅਸੀਂ ਸਕ੍ਰਿਪਚਰ ਰੀਡਿੰਗ ਵਿੱਚ ਜਾਈਏ, ਮੈਂ ਦਰਖਾਸਤ ਕਰਾਂਗੀ ਕਿ ਅੰਕਲ ਜੋਸ਼ੂਆ ਸਾਨੂੰ ਦੁਆ ਵਿੱਚ ਲੈ ਕੇ ਜਾਣ। ਉਹ ਅਸੀਂ ਆਪਣੇ ਆਪ ਨੂੰ ਖੁਦਾ ਦੀ ਹਜ਼ੂਰੀ 'ਚ ਲੈ ਕੇ ਚੱਲੀਏ ਤੇ ਉਹਦੀਆਂ ਦਿੱਤੀਆਂ ਤਮਾਮ ਨੇਮਤਾਂ ਤੇ ਬਰਕਤਾਂ ਦਾ ਸ਼ੁਕਰ ਅਦਾ ਕਰੀਏ, ਦਿੱਤੀ ਤੰਦਰੁਸਤੀ ਦੇ। ਖਾਸ ਤੌਰ ਤੇ ਖੁਦਾਵੰਦ ਅੱਜ ਜਦ ਕਿ ਅਸੀਂ 74 ਜ਼ਬੂਰ ਦੇ ਉੱਤੇ ਹਾਂ, ਜੋ ਕੁਛ ਵੀ ਤੇਰਾ ਖਾਦਮ ਉਸ ਦੇ ਉੱਤੇ ਸਾਨੂੰ ਸਿਖਾਉਂਦਾ ਹੈ ਉਹ ਤੇਰੀ ਤਰਫੋਂ ਹੋਵੇ। ਸੁਣਨ ਤੇ ਸੁਣਾਉਣ ਵਾਲਿਆਂ ਨੂੰ ਖੁਦਾਵੰਦਾ ਤੂੰ ਬਰਕਤ ਦੇ ਤੇ ਸਾਡੀ ਅਕਲ ਨੂੰ ਖੁਦਾਵੰਦ ਤੋਂ ਖੋਲ ਤਾਂ ਜੋ ਖੁਦਾਵੰਦ ਜੋ ਕੁਛ ਵੀ ਅਸੀਂ ਸਿੱਖੀਏ ਉਸ ਗੀਤ ਦੇ ਵਿੱਚ ਲੈ ਕੇ ਚੱਲਣ ਵਾਲੇ ਹੋਈਏ। ਇਹ ਸਭ ਕੁਛ ਮੰਗਦੇ ਤੇਰੇ ਬੇਟੇ ਆਪਣੇ ਨਜਾਤ ਦਿੰਦਾ ਯਿਸੂ ਨਾਸਰੀ ਦੇ ਨਾਮ ਸੁਣ ਤੇ ਕਬੂਲ ਕਰ, ਆਮੀਨ। Amen. Thank you, Uncle Joshua. Scripture reading ਵਿੱਚ ਚੱਲਾਂਗੇ ਆਂਟੀ ਜੋਤੀ, ਆਂਟੀ ਜੋਸ਼ੂਆ ਦੇ ਨਾਲ। ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ। ਜਿੰਨੇ ਵੀ ਮੇਰੇ ਭੈਣ ਭਰਾ ਸਾਨੂੰ ਆਨਲਾਈਨ ਦੇਖ ਰਹੇ ਹਨ, ਅੱਜ ਅਸੀਂ ਪੜਾਂਗੇ ਜ਼ਬੂਰ 74 ਪੰਜਾਬੀ ਵਿੱਚ ਇਸਨੂੰ ਔਰ ਇੰਗਲਿਸ਼ ਵਿੱਚ 74 ਕੌਮ ਦੇ ਛੁਟਕਾਰੇ ਲਈ ਪ੍ਰਾਰਥਨਾ ਅਸਾਫ ਦਾ ਮਸ਼ਕੀਨ। ਤੇ ਮੈਂ ਇਸ ਦੀ ਪਹਿਲੀ ਆਇਤ ਪੜਾਂਗੀ। हे परमेश्वर, तू ਸਾਨੂੰ ਇਸ ਤਰ੍ਹਾਂ ਕਿਉਂ ਤਿਆਗ ਦਿੱਤਾ ਹੈ? ਤੇਰਾ ਗੁੱਸਾ ਕਿਉਂ ਤੇਰੇ ਆਪਣੇ ਹੀ ਲੋਕਾਂ ਦੇ ਵਿਰੁੱਧ ਭੜਕਿਆ ਹੈ? जी अंकल जोशुआ and then sister Sumbal जी। ਆਪਣੀ ਮੰਡਲੀ ਨੂੰ ਜਿਹਨੂੰ ਤੈਂ ਚਿਰਾਂ ਤੋਂ ਮੁੱਲ ਲਿਆ ਹੈ ਅਤੇ ਆਪਣੇ ਅਧਿਕਾਰ ਤੇ ਗੋਤ ਹੋਣ ਲਈ ਛੁਡਾਇਆ ਹੈ, ਚੇਤੇ ਕਰ। ਨਾਲੇ ਸਿਯੋਨ ਪਰਬਤ ਨੂੰ ਜਿੱਥੇ ਤੂੰ ਰਿਹਾ है। अपने कदम दायमी खंडरों की तरफ बढ़ा, यानी उन सब खराबियों की तरफ जो दुश्मन ने मकदस में की हैं। मैं इससे 4 आयत पढ़ांगी। तेरे वैरी तेरे मंदिर ਵਿੱਚ ਰੌਲਾ ਪਾਉਂਦੇ ਹਨ, ਉਹਨਾਂ ਨੇ ਉੱਥੇ ਆਪਣੇ ਝੰਡੇ ਗੱਡ ਦਿੱਤੇ ਹਨ। 5ਵੀਂ ਆਇਤ, ਉਹ ਅਜਿਹੇ ਦਿਸਦੇ ਪਏ ਹਨ ਭਾਈ ਜਾਣੋ ਬਿਰਛਾਂ ਦੀ ਜੰਗੀ ਉੱਤੇ ਮਨੁੱਖ ਪਹਾੜੇ ਚਲਾ ਰਹੇ ਹਨ। और अब वो उसकी सारी नक्शकारी को कुल्हाड़ी और हथौड़ों से बिल्कुल तोड़े डालते हैं। ਉਹਨਾਂ ਨੇ ਤੇਰੇ ਮੰਦਰ ਨੂੰ ਅੱਗ ਲਾ ਦਿੱਤੀ ਹੈ ਅਤੇ ਤੇਰੇ ਨਾਂ ਦੀ ਥਾਂ ਨੂੰ ਢਾਹ ਕੇ ਧਰਤੀ ਨਾਲ ਮਿਲਾ ਦਿੱਤਾ ਹੈ। 8ਵੀਂ ਆਇਤ, ਉਹਨਾਂ ਨੇ ਆਪਣੇ ਮਨ ਵਿੱਚ ਆਖਿਆ ਹੈ ਆਓ ਅਸੀਂ ਉਹਨਾਂ ਨੂੰ ਉੱਕਾ ਹੀ ਦਬਾਈਏ। ਉਹਨਾਂ ਨੇ ਦੇਸ਼ ਵਿੱਚ ਪਰਮੇਸ਼ਵਰ ਦੀਆਂ ਸਾਰਿਆਂ ਸਮਾਜਾਂ ਨੂੰ ਫੂਕ ਸੁੱਟਿਆ ਹੈ। हमारे निशान नजर नहीं आते और कोई नबी नहीं रहा और हम में कोई नहीं जानता कि ये हाल कब तक रहेगा। 10ਵੀਂ ਆਇਤ, हे परमेश्वर, ਕਦੋਂ ਤੱਕ ਸਾਡੇ ਵਿਰੋਧੀ ਸਾਨੂੰ ਠੱਠੇ ਕਰਦੇ ਰਹਿਣਗੇ ਕਿ ਹਮੇਸ਼ਾ ਤੱਕ ਵੈਰੀ ਲੋਕ ਤੇਰੇ ਨਾਂ ਦੀ ਨਿੰਦਾ ਕਰਨਗੇ। 11ਵੀਂ ਆਇਤ, ਤੂੰ ਆਪਣਾ ਸੱਜਾ ਹੱਥ ਕਿਉਂ ਰੋਕ ਰੱਖਦਾ ਹੈ? ਉਹਨੂੰ ਆਪਣੀ ਬਗਲ ਵਿੱਚੋਂ ਕੱਢ ਕੇ ਉਹਨਾਂ ਦਾ ਅੰਤ ਕਰ। खुदा कदीम से मेरा बादशाह है जो जमीन पर नजात बख्शता है। 13ਵੀਂ ਆਇਤ, ਤੂੰ ਆਪਣੇ ਬਲ ਦੇ ਨਾਲ ਸਮੁੰਦਰ ਨੂੰ 2 ਹਿੱਸਿਆਂ ਵਿੱਚ ਵੰਡ ਦਿੱਤਾ ਅਤੇ ਸਮੁੰਦਰੀ ਮਗਰਮੱਛਾਂ ਦੇ ਸਿਰ ਤੋੜ ਦਿੱਤੇ ਹਨ। 14ਵੀਂ ਆਇਤ, ਤੈਂ ਲਿਵਿਆਥਾਨ ਦੀਆਂ ਸਿਰਾਂ ਨੂੰ ਫੇਰ ਸੁੱਟਿਆ ਹੈ, ਤੈਂ ਉਹ ਰੋਹੀ ਦੇ ਵਾਸੀਆਂ ਨੂੰ ਖਵਾਇਆ। तूने चश्मे और सैलाब जारी किए, तूने बड़े बड़े दरियाओं को खुश्क कर डाला। 16ਵੀਂ ਆਇਤ, ਤੇਰੇ ਹੀ ਦਿਨ ਤੇ ਰਾਤ ਹਨ,
ਤੂੰ ਚੰਦ ਅਤੇ ਸੂਰਜ ਨੂੰ ਸਥਾਪਿਤ ਕੀਤਾ ਹੈ। 17ਵੀਂ ਆਇਤ, ਤੈਂ ਧਰਤੀ ਦੀਆਂ ਸਾਰੀਆਂ ਹੱਦਾਂ ਨੂੰ ਠਹਿਰਾਇਆ ਹੈ, ਉਹਨਾਂ ਅਰ ਸਿਆਲ ਨੂੰ ਤੈਂ ही बनाया है। आए खुदावन, इसे याद रख कि दुश्मन ने तानाजनी की है और बेवकूफ कौम ने तेरे नाम की तकफीर की है। 19ਵੀਂ ਆਇਤ, ਤੂੰ ਆਪਣੇ ਭੋਲੇ ਕਬੂਤਰ ਨੂੰ ਜੰਗਲੀ ਜਾਨਵਰਾਂ ਅੱਗੇ ਨਾ ਸੁੱਟ ਅਤੇ ਆਪਣੇ ਗਰੀਬ ਦੇ ਪ੍ਰਾਣਾਂ ਨੂੰ ਨਾ ਭੁੱਲ। 20ਵੀਂ ਆਇਤ, ਆਪਣੇ ਨੇਮ ਵੱਲ ਧਿਆਨ ਰੱਖ, ਕਿਉਂ ਜੋ ਧਰਤੀ ਦੇ ਹਨੇਰੇ ਥਾਂ ਹਨੇਰੇ ਦੀਆਂ ਨਿਵਾਸਾਂ ਨਾਲ ਭਰੇ ਹੋਏ ਹਨ। मजलूम शर्मिंदा होकर ना लौटे, गरीब और मोहताज तेरे नाम की तारीफ करें। 22ਵੀਂ ਆਇਤ, हे ਪਰਮੇਸ਼ਵਰ, ਉੱਠ ਅਤੇ ਆਪਣਾ ਮੁਕੱਦਮਾ ਆਪ ਲੜ, ਤੂੰ ਲਗਾਤਾਰ ਮੂਰਖ ਦੇ ਕੋਲੋਂ ਹੋਣ ਵਾਲੀ ਆਪਣੀ ਨਿੰਦਾ ਨੂੰ ਯਾਦ ਕਰ। ਆਪਣੇ ਵਿਰੋਧੀਆਂ ਦੀ ਆਵਾਜ਼ ਨੂੰ ਨਾ ਵਿਸਾਰ, ਤੇਰੇ ਮੁਖਾਲਿਫਾਂ ਦਾ ਰੌਲਾ ਨਿਤ ਉੱਠਦਾ ਰਹਿੰਦਾ ਹੈ। ਖੁਦਾ ਦੀ ਬਰਕਤ ਉਹਦੇ ਕਲਾਮ ਦੇ ਪੜ੍ਹੇ ਤੇ ਸੁਣੇ ਜਾਣ ਤੇ ਹੋਵੇ। ਆਮੀਨ। Amen. Thank you. A scripture reading ਲਈ ਆਓ ਹੁਣ ਅਸੀਂ ਪਾਸਟਰ ਐਰਿਕ ਸਰਵਾਰ ਕਲਾਮ ਦੇ ਰਿਫਲੈਕਸ਼ਨ ਤੇ ਇੰਟਰਪ੍ਰੀਟੇਸ਼ਨ ਵਿੱਚ ਜਾਵਾਂਗੇ। ਜੀ ਬਹੁਤ ਬਹੁਤ ਸ਼ੁਕਰੀਆ। ਔਰ ਅਸੀਂ ਜਿਵੇਂ ਜ਼ਬੂਰ 74 ਤੇ ਪਹੁੰਚ ਗਏ ਹਾਂ ਔਰ ਸਾਰਿਆਂ ਨੂੰ ਪਤਾ ਵੇ ਕਿ ਅਸੀਂ ਜ਼ਬੂਰ ਦੀ ਤੀਸਰੀ ਕਿਤਾਬ ਇੱਥੋਂ ਸ਼ੁਰੂ ਹੋ ਗਈ ਹੈ ਔਰ ਜ਼ਬੂਰ ਦੀ ਤੀਸਰੀ ਕਿਤਾਬ ਦੇ ਵਿੱਚੋਂ ਅਸੀਂ ਆਸਫ ਦੇ ਮਜ਼ਾਮੀਰਾਂ ਤੇ ਗੱਲ ਕਰਨ ਰਹੇ ਹਾਂ। ਆਸਫ ਕੌਣ ਸੀ? ਅਸਾਂ ਇਹ ਗੱਲ ਨੂੰ ਪਿਛਲੇ 2 ਐਪੀਸੋਡ ਵਿੱਚ ਸਿੱਖਿਆ ਵੇ ਕਿ ਆਸਫ ਜਿਹੜਾ ਸੀ ਔਰ ਉਹਦਾ ਪੂਰਾ ਘਰਾਨਾ ਨਾ ਸਿਰਫ ਦਾਊਦ ਬਾਦਸ਼ਾਹ ਦੇ ਖੈਮੇ ਦੇ ਵਿੱਚ ਬਲਕਿ ਉਹਦੇ ਬਾਅਦ ਹੈਕਲੇ ਸੁਲੇਮਾਨੀ ਔਰ ਉਹਦੇ ਬਾਅਦ ਜਦੋਂ ਬਾਬਲੀ ਅਸੀਰੀ ਤੋਂ ਵਾਪਸ ਆਏ ਨੇ, ਜਦੋਂ ਚੌਥੀ ਤੀਸਰੀ ਹੈਕਲ ਬਣੀ ਹੈ, ਉਦੋਂ ਵੀ ਉਹ ਉਹਨਾਂ ਦੀ ਵਿੱਚ ਖਿਦਮਤ ਦੇ ਵਿੱਚ ਉਹਨਾਂ ਨੂੰ ਖਾਸ ਤੌਰ ਤੇ ਮੌਸੀਕੀ ਦੀ ਔਰ ਖਾਸ ਤੌਰ ਤੇ ਖੁਦਾ ਦੇ ਘਰ ਦੀ ਜਿਹੜੀ ਉਹਨਾਂ ਦੀ ਅਸਿਸਟੈਂਟ ਸੀ, ਜਿਹੜੀ ਉਹਨਾਂ ਦੀ ਮਦਦ ਸੀ ਕਾਹਨਾਂ ਦੇ ਨਾਲ, ਉਹ ਉਹਦੇ 'ਚ ਖਿਦਮਤ ਕਰਦੇ ਸਨ। ਸੋ ਅੱਜ ਅਸੀਂ ਜ਼ਬੂਰ 74 ਤੇ ਪਹੁੰਚੇ ਹਾਂ। ਅੱਛਾ, ਮੈਨੂੰ ਨਾ ਪਿੱਛੋਂ ਇੱਕੋ ਆ ਰਿਹਾ ਵੇ, ਆਪਣੇ ਮਾਈਕ ਮਿਊਟ ਕਰ ਦਿਓ। ਕਿਸੇ ਦਾ ਮਾਈਕ ਤੋਂ ਨਾ ਪਿੱਛੋਂ ਆਵਾਜ਼ ਆ ਰਹੀ ਹੈ, ਆਪਣੇ ਮਾਈਕ ਮਿਊਟ ਕਰ ਲਓ। ਓਕੇ, ਸੋ ਜਿਹੜਾ ਇਹ ਜ਼ਬੂਰ ਹੈ, ਇਹ ਜ਼ਬੂਰ ਇਸ ਲਿਹਾਜ਼ ਲਈ ਬੜਾ ਅਹਿਮ ਹੈ ਕਿ ਇਹ ਜ਼ਬੂਰ ਦਾ ਜਿਹੜਾ ਆਗਾਜ਼ ਹੈ, ਪਹਿਲੀ ਆਇਤ ਜਿਹੜੀ ਹੈ ਨਾ, ਤੁਸੀਂ ਇਹ ਵੇਖੋਗੇ ਕਿ ਪਹਿਲੀ ਆਇਤ ਜਾਣ ਤੋਂ ਪਹਿਲਾਂ ਬਲਕਿ ਮੈਂ ਸਿਰਫ ਜ਼ਿਕਰ ਕਰ ਦੂੰ ਥੋੜਾ ਜਿਹਾ ਕਿ ਆਸਫ ਦਾ ਮਸ਼ਕੀਲ, ਤੁਸੀਂ ਵੇਖੋਗੇ ਕਿ ਜਿਹੜੇ ਸਰਨਾਮੇ ਨੇ ਜ਼ਬੂਰਾਂ ਦੇ, ਉਹਨਾਂ ਉੱਤੇ ਮੁਖਤਲਿਫ ਕਦੀ ਕਿਸੇ ਮਿਊਜ਼ੀਕਲ ਨੋਟ ਦਾ ਨਾਂ ਲਿਖਿਆ ਹੁੰਦਾ, ਕਦੀ ਜਿਵੇਂ ਪਿਛਲਾ ਜ਼ਬੂਰ ਮਜ਼ਮੂਰ ਸੀ। ਇਹ ਜਿਹੜਾ ਜ਼ਬੂਰ ਹੈ ਇਹ ਮਸ਼ਕੀਲ ਹੈ, ਠੀਕ ਹੈ। ਇਹ ਇੰਝ ਹੀ ਹੈ ਕਿ ਜਿਵੇਂ ਸਾਡੇ ਪਾਕਿਸਤਾਨ ਇੰਡੀਆ ਦੇ ਵਿੱਚ ਕੋਈ ਗੀਤ ਹੈ, ਕੋਈ ਗਜ਼ਲ ਹੈ, ਕੋਈ ਕਾਫੀ ਹੈ, ਕੋਈ ਦੋੜਾ ਵੇ, ਕੋਈ ਆਪਣਾ ਜਿਹੜੀ ਨਾ ਪੋਇਟਰੀ ਦੀਆਂ ਜਿਹੜੀਆਂ ਨੇ ਸਾਡੀਆਂ ਕਲਚਰਲ ਮੁਖਤਲਿਫ ਜੌਨਰਾਜ਼ ਐਂਡ ਮੁਖਤਲਿਫ ਅਸਨਾਫ ਨੇ। ਐਨਜੀ ਇਬਰਾਨੀ ਸ਼ਾਇਰੀ ਦੇ ਵਿੱਚ ਵੀ, ਚੂੰਕਿ ਜ਼ਬੂਰਾਂ ਦੀ ਕਿਤਾਬ ਸਾਰੀ ਪੋਇਟਰੀ ਹੈ, ਇਬਰਾਨੀ ਸ਼ਾਇਰੀ ਦੇ ਵਿੱਚ ਵੀ ਅਸੀਂ ਵੇਖਦੇ ਹਾਂ ਕਿ ਇੱਥੇ ਵੀ ਸਾਨੂੰ ਇਹ ਚੀਜ਼ ਮਿਲਦੀ ਹੈ। ਮਜ਼ਮੂਰ ਜਿਹੜਾ ਵੇ ਉਹਦਾ ਮਤਲਬ ਇਹ ਵੇ ਕਿ ਤਾਰਦਾਰ ਸਾਜ਼ ਨਾਲ ਜ਼ਿਮਰ ਜਾਂ ਪਲਕ ਇੰਸਟਰੂਮੈਂਟ ਦੇ ਨਾਲ ਗਾਇਆ ਜਾਏ, ਜਦ ਕਿ ਮਸ਼ਕੀਲ ਜਿਹੜਾ ਵੇ ਇਹ ਉਸ ਪੋਇਟਰੀ ਨੂੰ ਪੇਸ਼ ਕਰਦਾ ਵੇ ਕਿ ਜਿਹੜੀ ਬਹੁਤੀ ਗਿਆਨ ਧਿਆਨ ਜਿਹੜੀ ਹੈ ਜਾਂ ਕੰਟੈਂਪਲੇਸ਼ਨ ਜਿਹੜਾ ਵੇ ਉਹਨੂੰ ਪੇਸ਼ ਕਰਦੀ ਹੋਏ, ਰਿਫਲੈਕਸ਼ਨ ਨੂੰ ਪੇਸ਼ ਕਰਦੀ ਹੈ ਕਿ ਜਿਹੜਾ ਬੰਦਾ ਖੁਦਾ ਦੇ ਕਲਾਮ ਦੇ ਉੱਤੇ ਗਿਆਨ ਧਿਆਨ ਕਰਨ ਡਿਆ ਵੇ, ਕੰਟੈਂਪਲੇਟ ਕਰ ਰਿਹਾ ਵੇ, ਉਹ ਖੁਦਾ ਦੇ ਕਲਾਮ ਨੂੰ ਸਮਝਣ ਦੀ ਕੋਸ਼ਿਸ਼ ਕਰਨ ਡਿਆ ਵੇ। So that's the idea of this poetry or this especially this poem. So ਇਹਦਾ ਆਗਾਜ਼ ਅਸੀਂ ਵੇਖਦੇ ਹਾਂ ਕਿ ਜਿਹੜਾ ਵੀ ਨਾ ਬੰਦਾ ਖੁਦਾ ਦਾ, ਉਹ ਕਹਿ ਰਿਹਾ ਜੀ ਕਿ ਖੁਦਾ ਦੇ ਨਾਂ ਤੋਂ ਸ਼ੁਰੂ ਕਰਦਾ ਵੇ, ਐ ਖੁਦਾ। ਸੋ ਤੁਸੀਂ ਵੇਖੋਗੇ ਹੈ ਸਾਰੀ ਲੜਾਈ ਹੈ ਉਹਦੀ ਮੁਕੱਦਮਾ ਖੁਦਾ ਦੇ ਨਾਲ ਹੈ, ਉਹਦਾ ਪ੍ਰੋਟੈਸਟ ਖੁਦਾ ਦੇ ਅੱਗੇ, ਠੀਕ ਹੈ, ਲੇਕਿਨ ਉਹ ਆਪਣਾ ਰਿਲੇਸ਼ਨਸ਼ਿਪ ਖੁਦਾ ਦੇ ਨਾਲ ਨਹੀਂ ਛੱਡਦਾ ਪਿਆ, ਠੀਕ ਹੈ। ਉਹਦਾ ਜਿਹੜਾ ਰਿਲੇਸ਼ਨਸ਼ਿਪ ਹੈ, ਉਹਦਾ ਜਿਹੜਾ ਖੁਦਾ ਨਾਲ ਵਾਸਤਾ ਵੇ, ਰਾਬਤਾ ਵੇ, ਅੱਗੇ ਅਸੀਂ ਵੇਖਾਂਗੇ ਉਹਦੀਆਂ ਉਸ ਰਾਬਤੇ ਔਰ ਵਾਸਤੇ ਦੀਆਂ ਕਿਹੜੀਆਂ ਫਾਊਂਡੇਸ਼ਨਸ ਕਿਹੜੀਆਂ ਨੇ ਔਰ ਉਹ ਕਿਹੜੇ ਡਾਇਮੈਂਸ਼ਨ ਦੇ ਨਾਲ ਖੁਦਾ ਨਾਲ ਗੱਲ ਕਰਦਾ ਵੇ ਜਦੋਂ ਖੁਦਾ ਨੂੰ ਪੁਕਾਰਦਾ ਵੇ। ਲੇਕਿਨ ਤੁਸੀਂ ਇੱਕ ਚੀਜ਼ ਨੋਟ ਕਰੋਗੇ, ਇਹਦੇ ਵਿੱਚ ਉਹਨੇ ਕੋਈ 3 ਵਾਰੀ ਖੁਦਾ ਨਾਲ ਮੁਖਤਲਿਫ ਪ੍ਰੇਅਰ ਕੀਤੀਆਂ ਨੇ, ਠੀਕ ਹੈ, ਡਾਇਰੈਕਟ ਖੁਦਾ ਨੂੰ ਐਡਰੈਸ ਕੀਤਾ ਵੇ। ਨੰਬਰ 1 ਪਹਿਲੀ ਆਇਤ ਵਿੱਚ ਕਹਿੰਦੇ ਆਵੇ, ਐ ਖੁਦਾ तूने हमको हमेशा के लिए क्यों तर्क कर दिया है, ठीक है, पहली गल है। दूजे नंबर ते कहन दिया 10वीं आयत विच, ऐ खुदा मुखालिफ कद तक तानाज़नी करता रहेगा, ठीक है। फिर कहंदा पिया 18वीं आयत दे विच, ऐ खुदावंद
इसे याद रख के दुश्मन ने, यानी वेखोगे कि तिन्ना जगह ते ओदी जेडी खुदा की प्ली है, जेडी ओदी एप्लीकेशन है, सप्लीकेशन जेडी है ना, वो बड़ी प्रिसाइज है। ओके, जनरलाइजेशन उन्हें खुला छटा नहीं मारिया, ठीक है, इट्स वेरी प्रिसाइज टू द पॉइंट, फोकस और खुदा दे सामने उन्हें एड्रेस किया वे। इसलिए जेडी पहली चीज ना वो वे रिजेक्शन। वेखो वैलेंटाइन डे आने वाला वे, और जेडे लोगों ने टीन एज दे विच या उंज भी जेडे मुहब्बत दे बेचारे नाकाम हो जान ना, या तो मजनू हो जाते हैं या पागल हो जाते हैं, ठीक है ना, तो या फिर सारी जिंदगी दोबारा रीकनैक्ट नहीं हो पाते किसी भी रिलेशनशिप दे विच। ओहदी की वजह होंदी है? द पेन ऑफ रिजेक्शन, whether it's a human relationship, whether it's a family relationship, whether it's a friendship circle zone, कोई भी zone है, ठीक है, ਉਹਦੇ ਵਿੱਚ ਰਿਜੈਕਸ਼ਨ ਜਿਹੜਾ ਵੇ, ਭਾਵੇਂ ਉਹ ਨੈਸ਼ਨਲ ਰਿਜੈਕਸ਼ਨ ਹੋਏ ਭਾਵੇਂ ਉਹ ਇੰਟਰਨੈਸ਼ਨਲ ਰਿਜੈਕਸ਼ਨ ਹੋਏ, ਜਿਹੜੀ ਸ਼ੇਮ ਉਹਦੇ ਪਿੱਛੇ ਵੇ ਨਾ, ਜਿਹੜੀ ਸ਼ਰਮਿੰਦਗੀ ਜਿਹੜੀ ਹੈ, ਠੀਕ ਹੈ, ਅਸੀਂ ਸਾਡਾ ਇੰਡੀਅਨ ਪਾਕਿਸਤਾਨੀ ਜਿਹੜਾ ਮਿਡਲ ਈਸਟਰਨ ਜਿਹੜਾ ਕੰਟੈਕਸਟ ਹੈ, ਦਿਸ ਇਜ਼ ਸ਼ੇਮ ਐਂਡ ਆਨਰ ਕਲਚਰ, ਠੀਕ ਹੈ ਨਾ, ਅਸੀਂ ਆਪਣੀ ਸ਼ੇਮ ਨੂੰ ਔਰ ਆਪਣੇ ਆਨਰ ਨੂੰ, ਸ਼ੇਮ ਨੂੰ ਕੱਜਣ ਲਈ ਤੇ ਆਨਰ ਨੂੰ ਐਕਸਪੋਜ਼ ਕਰਨ ਲਈ ਲੋਕੀ ਲੁੱਟ-ਪੁੱਟ ਜਾਂਦੇ ਨੇ, ਠੀਕ ਹੈ, ਲੋਕੀ ਜਨਾਬ ਰਿਸ਼ਤੇਦਾਰੀਆਂ ਨਾਤੇ, मतलब एक ਸਾਡੇ ਇੱਥੇ ਇੱਕ ਬੜਾ ਮਸ਼ਹੂਰ ਮੁਹਾਵਰਾ ਅੱਜਕੱਲ ਬਣਿਆ ਵੇ, सबसे बड़ा रोग क्या कहेंगे लोग, ठीक है ना, कि जी लोकी की कहणगे जी साडी ते बरादरी च नक कट के जी साडी ते इज्जत नहीं होगी, या पगड़ी जनाब साडी छाल दित्ती ने ते सानू ते जनाब लोकी गल्लां करदे ने ते साडे नाल ये हो गया, साडे नाल वो हो गया। मतलब असी शेम एंड ऑनर कल्चर विच आ कि व्हाट इज आवर पब्लिक इमेज, व्हाट इज आवर पब्लिक फेस, ठीक है ना। मसला वेखो अमेरिकन लोग दुनिया दे विच क्या जांदा जी, अमेरिका पूरी दुनिया का थानेदार है और जनाब पूरी दुनिया नू कंट्रोल करदा, सुपर पावर ये वो, लेकिन 9/11 और फिर जिहड़ा इलैक्शन तो पहला जिहड़ा सैनेट जिहड़ा हमला होया, उन्हें पूरी दुनिया दे विच अमरीकियां नू शर्मिंदा कर दिता है, ठीक है ना। मतलब 9/11 ने ते मैं एक आर्टिकल पढ़ रहा हूं और उन्होंने कहा जी कि 9/11 एक्चुअली टॉट अमेरिकन नेशन how to feel shame। उदों पहला उन्होंने शेम का नहीं पता कि शेम की शै होंदी है, ठीक है ना। सो दे नो द शेम एक्चुअली जिहड़ी है ना, वो असीं इत्थे वेखने आ कि जिहड़ा ज़बूर नवीस जो ज़बूर आसफ जो ज़बूर 74 ते गल करदा है ना, तुसीं ये वेखो कि पर्सनल या फैमिली शेम की गल नहीं करदा, दैट्स अ नैशनल शर्मिंदगी है, ठीक है। और शर्मिंदगी की ये नैशनल जिवें अमरीकन कौम नूं भुगतनी पई सी, ओ की सी, ऐ खुदा तूने हमको हमेशा के लिए क्यों तर्क दिया, खुदावंद असी रिजेक्ट क्यों हो गए, क्यों तू सानू रिजेक्ट कर दिता वे। जिवें ना वो किसी दा मैं नाम नहीं लवांगा, साडे चर्च ना पिछले दिनों च एक कुड़ी दा रिश्ता आ गया, ठीक है, ते ਉਹ ਮੁੰਡਾ ਕੋਈ ਠੀਕ ਸੀ ਪਰ ਆਪਣਾ ਉਹ ਮਤਲਬ ਕੁੜੀ ਵਾਲਿਆਂ ਨੇ ਇਨਕਾਰ ਕਰ ਦਿੱਤਾ, ਤੇ ਉਹ ਮੁੰਡੇ ਦੀ ਮਾਂ ਨੇ ਨਾ ਕੁੜੀ ਦੀ ਮਾਂ ਨੂੰ ਰੋਕ ਕੇ ਆਖਿਆ, ਹੈ ਨਹੀਂ ਮੇਰੇ ਮੁੰਡੇ 'ਚ ਕੀ ਕਮੀ ਸੀ, ਠੀਕ ਹੈ, मतलब कि मेरे मुंडे 'ਚ कमी की सी, what was the option, what was the mindset behind that, ठीक है ना, कि why actually you have rejected, ठीक है ना। ਤੇ ਉਹ ਜਿਹੜੀ ਸ਼ਰਮਿੰਦਗੀ ਹੈ ਨਾ, ਜਿਹੜੀ ਸ਼ੇਮ ਹੈ ਜਾਂ ਫੀਲ ਜਿਹੜੀ ਪੇਨ ਹੁੰਦੀ ਹੈ ਕਿ ਬੰਦਾ ਉਸ ਨੂੰ ਲੁਕਾਏ। ਮਤਲਬ ਮੈਨੂੰ ਛਿਤਰਾ ਯਾਰ, ਮੈਂ ਤੁਹਾਨੂੰ ਪਰਸਨਲ ਸਟੋਰੀ ਇੱਕ ਦੱਸਣਾ ਵਾ, ਠੀਕ ਹੈ। 99 ਨਹੀਂ ਬਲਕਿ 99 ਤੇ ਮੈਂ ਗੁਜਰਾਂਵਾਲਾ ਚਲਾ ਗਿਆ ਹਾਂ, 97 98 ਦੀ ਗੱਲ ਹੈ। ਸਾਡੇ ਨਾ ਪਾਕਿਸਤਾਨ ਦੇ ਵਿੱਚ ਬੜਾ ਵੱਡਾ ਕਰੂਸਡ ਹੋਇਆ, ਤੇ ਨਾ ਉਹ ਕਰੂਸਡ ਤੇ ਮੈਨੂੰ ਉਦੋਂ ਮਤਲਬ ਮੈਂ ਉਹ ਮਿਨਿਸਟਰੀ ਚ ਨਵਾਂ ਇਨ ਹੋਇਆ ਸਾਂ, ਤੇ ਮੈਨੂੰ ਸ਼ੌਕ ਸੀ ਕਿ ਮੈਂ ਫੁੱਲ ਟਾਈਮ ਮਿਨਿਸਟਰੀ ਕਰਨੀ ਹੈ, ਲੇਕਿਨ ਪਤਾ ਨਹੀਂ ਕਿੱਥੇ ਜਾਣਾ, ਕੀ ਕਰਨਾ, ਕਿਵੇਂ ਕਰਨਾ, ਠੀਕ ਹੈ ਨਾ। ਤੇ ਉਹ ਆਏ ਸਨ, ਅਮਰੀਕਨ ਆਏ ਹੋਏ ਸਨ, ਤੇ ਉਹ ਬੜਾ ਵੱਡਾ ਕਰੂਸਡ ਹੋਇਆ, ਤੇ ਉਹਨਾਂ ਅਨਾਉਂਸ ਕੀਤਾ ਜੀ ਕਿ ਸਾਡਾ ਬਾਈਬਲ ਕਾਲਜ ਹੈ ਡੈਨਵਰ ਕੋਲੋਰਾਡੋ ਦੇ ਵਿੱਚ, ਮੈਰਲਿਨ ਹਿੱਕੀ, ਯੈਸ ਮੈਰਲਿਨ ਹਿੱਕੀ ਦਾ, ਠੀਕ ਹੈ। ਤੇ ਨਾ ਜੀ ਉਹ ਕਾਲਜ ਜਿਹੜੇ ਤੁਸੀਂ ਨਾ, ਉਦੋਂ ਪਤਾ ਨਾ ਇੰਟਰਨੈਟ, ਹੁਣ ਕਿੱਥੇ ਮੈਂ ਗੱਲ ਕਰਨਾ 97 98 ਦੀ, ਠੀਕ ਹੈ, ਨਾ ਕੋਈ ਇੰਟਰਨੈਟ, ਨਾ ਕੋਈ YouTube, ਨਾ ਕੁਛ, ਨਾ ਗੱਲ ਨਾ ਬਾਤ, ਠੀਕ ਹੈ। ਮੈਂ ਵੀ ਟੀਨਏਜ ਸਾਂ, 18 19 ਸਾਲ ਦਾ ਮੈਂ ਹੋਵਾਂਗਾ, ਤੇ ਅਤਾ ਪਤਾ ਹੈ ਕੋਈ ਨਹੀਂ। ਉਦੋਂ ਨਾ ਫੋਨ ਕਾਲ ਬੁੱਕ ਕਰਾਈ ਦੀ ਸੀ, ਕਿੰਨੇ ਵਜੇ ਫੋਨ ਕਾਲ ਹੋਣੀ ਹੈ, ਠੀਕ ਹੈ ਨਾ। ਅੱਛਾ, ਤੇ ਉਹ ਉਦੋਂ ਉਤੋਂ ਸਾਡਾ ਟਾਈਮ 12 ਘੰਟੇ ਦਾ ਫਰਕ, ਟਾਈਮ ਦਾ ਵੀ ਨਹੀਂ ਪਤਾ ਹੁੰਦਾ, ਸਾਡੇ ਰਾਤ ਪਈ ਸਵੇਰੇ ਹੋਣੀ ਕਰਨੀ, ਠੀਕ ਹੈ। ਆਫਿਸ ਕਿੰਨੇ ਵਜੇ ਕੋਈ ਅਤਾ ਪਤਾ ਨਹੀਂ ਹੁੰਦਾ, ਲੇਕਿਨ ਖੈਰ ਮੈਂ ਦੱਸਣ ਲੱਗਾ ਵਾਂ, ਉਹ ਜਨਾਬ ਲੈਟਰ ਲੂਟਰ ਲਿਖੇ ਜਨਾਬ, ਮੈਂ ਅਪਲਾਈ ਕੀਤਾ, ਉਹਨਾਂ ਮੈਨੂੰ ਉਦੋਂ ਕੋਈ 20 ਸਾਲ 25 ਸਾਲ ਪਹਿਲਾਂ ਨਾ ਸਿਰਫ ਮੈਨੂੰ 1 ਸਾਲ ਦਾ ਉਹਨਾਂ ਸਕਾਲਰਸ਼ਿਪ ਦੇ ਹੜੀ, ਉਹਨਾਂ ਕਿਹਾ ਜੀ ਠੀਕ ਹੈ, ਮਤਲਬ ਯੂ ਆਰ ਦ ਫਸਟ ਪਾਕਿਸਤਾਨੀ ਅਪਲਾਈਂਗ ਫॉर ਦਿਸ ਕੋਰਸ ਐਂਡ ਦਿਸ ਡਿਗਰੀ, ਸੋ ਵੀ ਆਰ ਵੈਰੀ ਹੈਪੀ ਐਂਡ ਦਿਸ ਐਂਡ ਦੈਟ ਵਾਟਐਵਰ। ਉਹਨਾਂ F1 ਵੀਜ਼ਾ ਘੱਲਿਆ, ਮੈਨੂੰ ਸਕਾਲਰਸ਼ਿਪ ਲੈਟਰ ਘੱਲਿਆ, ਇਹ ਤੇ ਉਹ ਜਨਾਬ ਸਾਡੇ ਤੇ ਮਹੱਲੇ ਦੇ ਵਿੱਚ ਤੇ ਖਾਨਦਾਨ ਦੇ ਵਿੱਚ ਤੇ ਚਰਚ ਦੇ ਵਿੱਚ, ਜਿੱਥੇ ਮੈਂ ਵਰਸ਼ਿਪ ਤੇ ਧੁੰਮਾਂ ਪੈ ਗਈਆਂ। ਉਹ ਮੁੰਡਾ ਅਮਰੀਕਾ ਜਾ ਰਿਹਾ ਪੜ੍ਹਨ ਲਈ, ਮੁੰਡਾ ਅਮਰੀਕਾ ਜਾ ਰਿਹਾ, ਮੁੰਡੇ ਨੂੰ ਵੀ ਰਾਤੀ ਨੀਂਦਰਾਂ ਨਾ ਆਉਣ, ਤੇ ਸੂਟ ਸਵਾਏ ਜਾਣ, ਤਸਵੀਰਾਂ ਖਿਚਾਈਆਂ ਜਾ ਰਹੀਆਂ। ਅੱਛਾ, ਵੀਜ਼ਾ ਕੋ ਨਹੀਂ ਲੱਗਾ ਵਾਲੇ, ਓਕੇ, ਯੂ ਨੀਡ ਟੂ ਅੰਡਰਸਟੈਂਡ, ਓਕੇ। ਐਵੇਂ ਧੁੰਮ ਪੈ ਗਈ ਜੀ, ਹੈ। ਉਹ F1 ਲੈਟਰ ਹੋਣ ਦੇ ਨਾਲ ਹੀ ਜਨਾਬ ਵਾਜੇ ਖੜਕ ਗਏ। ਅੱਛਾ, ਉਹ ਜਨਾਬ ਉਦੋਂ ਅੰਬੈਸੀ ਸਾਡੇ ਕਰਾਚੀ ਨਹੀਂ ਹੁੰਦੀ, ਇਸਲਾਮਾਬਾਦ ਹੁੰਦੀ ਸੀ।
ਅਸੀਂ ਜਨਾਬ ਅੱਬੂ ਮੇਰਾ ਤੇ ਮੈਂ ਵੀ ਜਨਾਬ ਅਸੀਂ ਇਸਲਾਮਾਬਾਦ ਗਏ, ਪਾਸਪੋਰਟ ਮੈਂ ਲੈ ਕੇ ਜਨਾਬ ਇਹ ਉਹ ਠੱਕ ਠੁਕ ਲੈਟਰ ਸ਼ੈਟਰ ਲੈ ਕੇ ਸਿੱਧਾ ਐਮਬੈਸੀ ਪਹੁੰਚ ਗਏ ਵਿਦਆਊਟ ਅਪਾਇੰਟਮੈਂਟ ਹੀ। ਉਦੋਂ ਅਪਾਇੰਟਮੈਂਟ ਨਹੀਂ ਪਤਾ, ਅਪਾਇੰਟਮੈਂਟ ਵੀ ਲੈਣ ਪਹਿਲੀ ਵਾਰੀ ਵੀਜ਼ਾ ਅਪਲਾਈ ਕਰਨਾ ਸੀ ਮੈਂ। ਅੱਛਾ ਅੱਗੇ ਪਹੁੰਚੇ ਨਾ ਜਨਾਬ, ਉਹਨਾਂ ਲੈਣ ਲੂਣ ਚਲਾ ਕੇ ਅੱਧੇ ਘੰਟੇ ਪੌਣੇ ਬਾਅਦ ਕੱਢ ਕੇ ਨਾ ਉਹਨੇ 2 ਮਿੰਟਾਂ ਦੇ ਵਿੱਚ ਉਹਨੇ ਲੈਟਰ ਵੇਖਿਆ, ਮੈਨੂੰ ਉਹਨੇ ਇੱਕ ਨਕਲ ਵੇਖਿਆ, ਉਹਨੇ ਵੀਜ਼ਾ ਡਿਨਾਈ ਕੀਤਾ ਠੱਕ ਬਾਹਰ। ਮੈਂ ਕਿਹਾ ਬਸ ਓਕੇ, ਮੈਂ ਬਸ ਇੰਨੀ ਕੋਈ ਗੱਲ ਹੀ। ਕਰਾਚੀ ਇਸਲਾਮਾਬਾਦ ਤੋਂ ਲੰਮੀ ਲਾਈਨ ਤੇ ਮਾਰ ਆਪਣਾ ਤੇ ਇਹ ਉਹਨੇ 2 ਮਿੰਟਾਂ ਚ ਕੰਮ ਮੁਕਾ ਕੇ ਫੜਕਾ ਕੇ ਪਰਾਂ ਮਾਰਿਆ। ਅੱਛਾ ਮੇਰਾ ਹੁਣ ਘਰ ਹੋਣ ਤੇ ਦਿਲ ਨਾ ਕਰੇ। ਮੈਂ ਕਿਹਾ ਪਬਲਿਕ ਉਹਦੇ ਕਹਿਣ ਡਈ ਕਿ ਭਾਈ ਇਹ ਤੇ ਵੀਜ਼ਾ ਲਵਾਉਣ ਗਿਆ ਤੇ ਮੁੰਡਾ ਤੇ ਅਮਰੀਕਾ ਟੁਰ ਗਿਆ ਹੁਣ, ਠੀਕ ਹੈ। ਤੇ ਇੱਥੇ ਤੇ ਜਨਾਬ ਇੱਥੇ ਤੇ ਇੰਨਾ ਸਾਨੂੰ ਲਿਫਟ ਨਹੀਂ ਕਰਾਈ, ਨਾ ਗੱਲ ਨਾ ਬਾਤ ਨਾ ਕਿ ਵੀਜ਼ਾ। ਮਤਲਬ ਸ਼ਰਮਿੰਦਗੀ ਇੰਨੀ ਕਿ ਮੈਂ ਕੋਈ ਮਹੀਨਾ 1.5 ਮਹੀਨਾ ਮੈਂ ਪੰਜਾਬ ਵਿੱਚ ਹੀ ਆਪਣੇ ਨਾਨਕੇ ਕਦੀ ਕਿਤਲੇ ਨਾ, ਤੇ ਮੈਂ ਆਪਣੇ ਘਰ ਨਾ ਜਾਵਾਂ, ਮਹੱਲੇ 'ਚ ਨਾ ਜਾਵਾਂ ਕਿ ਮਹੱਲੇ ਵਾਲੇ ਕਹਿਣਗੇ ਤੂੰ ਵਾਪਸ ਆ ਗਿਆ, ਮਤਲਬ ਤੂੰ ਅਮਰੀਕਾ ਨਹੀਂ ਗਿਆ, ਠੀਕ ਹੈ ਨਾ। Anyway, so that was the shame I felt first time ਕਿ communal face ਕੀ ਹੁੰਦਾ ਵੇ। ਔਰ ਤੁਹਾਡੀ ਜਦੋਂ ਇੱਕ ਇਮੇਜ ਬਣ ਜਾਏ ਔਰ ਇੱਕ ਉਹ ਮਤਲਬ ਇੱਕ ਤੁਹਾਡਾ ਬੜਾ ਜਨਾਬ ਚਰਚਾ ਹੋ ਜਾਏ ਔਰ ਉਹ ਕੰਮ ਨਾ ਹੋਏ, ਠੀਕ ਹੈ ਨਾ। ਹਾਊ ਡੂ ਯੂ ਫੇਸ? ਔਰ ਜੇ ਫਿਰ ਲੋਕਾਂ ਦੇ ਸਵਾਲ ਕਰਨੇ ਨੇ, ਫਿਰ ਜਿਹੜੇ ਲੋਕਾਂ ਨੇ ਮੁਸਕਰਾਣਾ ਵੇ ਗਲੀ 'ਚ ਲੰਘਦੇ ਆ, ਜਿਹੜੇ ਲੋਕਾਂ ਤੁਹਾਡੇ ਲੱਖਾਂ ਵੇ ਇੱਕ ਗੱਲਬਾਤ ਕਰਨੀ ਹੈ, ਬੜਬੜਾਣਾ ਵੇ ਅਮਰੀਕਾ ਚੱਲਾ ਹੀ ਅਮਰੀਕਾ, ਠੀਕ ਨਾ। ਓਕੇ ਐਨੀਵੇ, so that was the idea. So the pain actually, the shame ਜਿਹੜਾ ਉਹਨੂੰ ਲਕਾਣਾ। ਸੋ ਜ਼ਬੂਰ ਨੇ ਵੀ ਇੱਥੇ ਜਿਹੜਾ ਵੇ ਨਾ ਐਕਚੁਅਲੀ ਇੱਥੇ ਉਹ ਨੈਸ਼ਨਲ ਸ਼ੇਮ ਦਾ ਜ਼ਿਕਰ ਕਰਨ ਡਿਆ ਵੇ। ਇਟਸ ਅ ਪਲੂਰਲ ਇੰਗੇਜਮੈਂਟ। ਕਿਉਂ ਕਹਿ ਰਿਹਾ ਕਿ ਮੈਨੂੰ ਨਹੀਂ ਬਲਕਿ ਕਹਿ ਰਿਹਾ ਤੂੰ ਨੇ ਹਮਕੋ, ਠੀਕ ਹੈ, ਨਾਟ ਮੈਨੂੰ ਕੱਲੇ ਨੂੰ, ਸਾਨੂੰ ਐਜ਼ ਅ ਨੇਸ਼ਨ, ਠੀਕ ਹੈ। ਉਹਦਾ ਖੁਦਾਵੰਦ ਤੂੰ ਸਾਨੂੰ ਕਿਉਂ ਤਰਕ ਕਰ ਦਿੱਤਾ ਵੇ? ਕਿਉਂ ਤੂੰ ਸਾਡੇ ਵੀਜ਼ੇ ਰਿਜੈਕਟ ਕਰਾ ਦਿੱਤੇ ਨੇ? ਕਿਉਂ ਤੂੰ ਸਾਨੂੰ ਸਿਟੀਜ਼ਨਸ਼ਿਪ ਨਹੀਂ ਦਿੰਦਾ? ਕਿਉਂ ਤੂੰ ਸਾਨੂੰ ਸਾਡੇ ਨਾਲ ਪਿਆਰ ਦੁਬਾਰਾ ਨਹੀਂ ਵਹਾਉਂਦਾ ਪਿਆ? ਕਿਉਂ ਤੂੰ ਸਾਨੂੰ ਦੁਬਾਰਾ ਆਪਣੇ ਨੇੜੇ ਨਹੀਂ ਬਹਿਣ ਦਿੰਦਾ, ਠੀਕ ਹੈ ਨਾ। ਸੋ ਔਰ ਰੀਜ਼ਨ ਕੀ ਹੈ? ਅੱਗੇ ਵੇਖੋ ਰਿਲੇਸ਼ਨਸ਼ਿਪ ਕੀ ਦੱਸਣ ਡਿਆ ਵੇ। 3 ਇਮੇਜ ਯੂਜ਼ ਕਰਦਾ ਰਿਲੇਸ਼ਨਸ਼ਿਪ ਦੱਸਣ ਲਈ ਖੁਦਾ ਨਾਲ, ਗੱਲ ਇੱਕੋ ਹੀ ਕਰਨ ਡਿਆ ਵੇ, ਠੀਕ ਹੈ। ਲੇਕਿਨ ਉਹ 3 ਡਿਫਰੈਂਟ, ਜਿਵੇਂ ਮੈਂ ਗੱਲ ਕਰਾਂ ਨਾ ਸੁਪਰਲੇਟਿਵ ਡਿਗਰੀ ਨਾਓ ਹੀ ਇਜ਼ ਯੂਜ਼ਿੰਗ, ਠੀਕ ਹੈ ਨਾ। ਨੰਬਰ 1 ਕੀ ਕਹਿਣ ਡਿਆ ਵੇ ਕਿ ਤੂੰ ਕਿਉਂ ਤਰਕ ਕਰ ਦਿੱਤਾ ਵੇ। ਔਰ ਦੂਸਰੀ ਆਇਤ ਦਾ ਆਖਰੀ ਹਿੱਸਾ ਕਹਿੰਦਾ ਵੇ ਐਕਚੁਅਲ ਉਹਦੀ ਪਲੀ ਕੀ ਹੈ? ਪਲੀ ਕਹਿੰਦਾ ਕਿ ਸਾਨੂੰ ਯਾਦ ਕਰ। ਓਕੇ, ਪਲੀ ਉਹਦੀ ਕੀ ਹੈ? ਸਾਨੂੰ ਕੀ ਕਰ, ਦੁਬਾਰਾ ਯਾਦ ਕਰ। ਲੇਕਿਨ ਅਸੀਂ ਤੇਰੇ ਹੈ ਕੌਣ? ਸਾਡਾ ਰਿਲੇਸ਼ਨਸ਼ਿਪ ਕੀ ਹੈ? ਨੰਬਰ 1 ਤੇਰੀ ਚਰਾਗਾਹ ਕੀ ਭੇੜੇ, ਨੰਬਰ 1। ਓਕੇ, ਅਸੀਂ ਕੀ ਆ ਜੀ? ਤੇਰੇ ਜੌਂ ਦੀਆਂ ਭੇਡਾਂ। ਓਕੇ, ਨੰਬਰ 2 ਆਪਣੀ ਜਮਾਤ ਜਿਹਨੂੰ ਤੂੰ ਕੀ ਕੀਤਾ ਹੋਇਆ ਹੈ, ਪੇਮੈਂਟ ਦੇ ਕੇ ਕੀ ਕੀਤਾ ਵੇ? ਖਰੀਦਿਆ ਹੋਇਆ ਵੇ। ਨੰਬਰ 3 ਉਹ ਕੌਮ ਜਿਹੜਾ ਤੂੰ ਫਿਦਿਆ ਦਿੱਤਾ ਹੈ ਤਾਂ ਕਿ ਤੇਰੀ ਉਹ ਕੀ ਹੋਏ? ਮਿਰਾਸ ਹੋਵੇ। ਸੋ ਕਿੰਨੀਆਂ ਚੀਜ਼ਾਂ ਉਹਨੇ ਕਿਹਾ ਜੀ। ਔਰ ਚੌਥੀ ਚੀਜ਼ ਕੀ ਕਹਿ ਰਿਹਾ? ਕੋਹੇ ਸਯੂਨ ਤੇਰਾ ਡਵੈਲਿੰਗ ਪਲੇਸ ਜਿਹੜਾ ਵੇ ਉਹਨੂੰ ਕੀ ਕਰ? ਉਹਨੂੰ ਯਾਦ ਕਰ। ਸੋ ਐਕਚੁਅਲੀ ਪਲੀਜ਼ ਸਿੰਪਲ ਜੀ, ਇਹ ਖੁਦਾਵੰਦ ਸਾਡਾ ਵੀ ਨੰਬਰ ਲਵਾ, ਸਾਡੇ ਵੱਲ ਵੀ ਨਜ਼ਰ ਕਰ, ਠੀਕ ਹੈ ਨਾ, ਸਾਡੀ ਵੀ ਵਾਰੀ ਆਉਣ ਦੇ। ਲੇਕਿਨ ਉਦੋਂ ਪਹਿਲਾਂ ਉਹ 4 ਦਰਜੇ ਬਿਆਨ ਕਰਦਾ ਵਾ ਕਿ ਤੇਰਾ ਤੇ ਸਾਡਾ ਰਿਲੇਸ਼ਨਸ਼ਿਪ ਕੀ ਹੈ ਐਕਚੁਅਲੀ। ਓਕੇ, ਐਂਡ ਦੈਨ ਹੀ ਕਮ ਟੂ ਦਾ ਐਕਚੁਅਲ ਐਪਲੀਕੇਸ਼ਨ ਜਾਂ ਐਕਚੁਅਲ ਪਲੀ ਕਿ ਸਾਨੂੰ ਕੀ ਕਰ? ਸਾਨੂੰ ਯਾਦ ਕਰ, ਠੀਕ ਹੈ ਨਾ। ਉਹ ਅਦਨਾਨ ਸਮੀ ਖਾਨ ਤੇ ਅਮਿਤਾਭ ਬੱਚਨ ਦੇ ਗਾਣੇ ਵਾਂਗੂ ਸਾਨੂੰ ਵੀ ਲਿਫਟ ਕਰਾ ਦੇ, ਠੀਕ ਹੈ ਨਾ, ਸਾਨੂੰ ਵੀ ਲਿਫਟ ਕਰਾ ਦੇ। ਤੇ ਐਕਚੁਅਲੀ ਉਹ ਇਹ ਕਹਿ ਰਿਹਾ ਵੇ। ਔਰ ਉਹ ਇਹ ਨਹੀਂ ਕਹਿ ਰਿਹਾ ਕਿ ਵੀ ਆਰ ਰੈਂਡਮ ਪੀਪਲ, ਮਤਲਬ ਉਹ ਖੁਦਾ ਦੇ ਨਾਲ ਦੇ ਹੈਵ a deep and divine and ancestry relationship ਜਿਹੜਾ ਹੈ ਨਾ, that is very powerful over there. ਅੱਛਾ, ਉਹਦੇ ਬਾਅਦ ਜਿਹੜਾ ਦੂਸਰੀ ਗੱਲ ਹੈ ਨਾ ਇੱਥੇ, ਉਹ ਜਿਹੜੀ ਬੜੀ ਇੰਪੋਰਟੈਂਟ ਹੈ। ਔਰ ਉਹ ਕੀ ਕਹਿਣ ਡਿਆ ਵੀ? ਉਹ ਆਂਦਾ ਵੀ ਕਿ ਰੀਜ਼ਨ ਕੀ ਹੈ? ਕਿਉਂ ਤੂੰ ਸਾਨੂੰ ਯਾਦ ਕਰ? ਸਾਨੂੰ ਕਿਉਂ ਲੱਗਣ ਡਿਆ ਅਸੀਂ ਰਿਜੈਕਟ ਹੋ ਗਏ ਹਾਂ? ਉਹਦੀ ਵਜ੍ਹਾ ਕੀ ਹੈ? ਤੀਸਰੀ ਆਇਤ ਤੋਂ ਸ਼ੁਰੂ ਕਰਦਾ ਵੇ ਕਿ ਉਹ ਕਹਿੰਦਾ ਕਿ ਜਿਹੜੇ ਤੇਰਾ ਘਰ ਸੀ ਨਾ, ਜਿੱਥੇ ਤੇਰੇ ਮਕਦਸ ਸੀ, ਜਿੱਥੇ ਤੇਰਾ ਖੈਮਾ ਲੱਗਾ ਸੀ, ਜਿੱਥੇ ਤੇਰੀ ਜਮਾਤ ਇਕੱਠੀ ਹੁੰਦੀ ਸੀ, ਠੀਕ ਹੈ, ਜਿੱਥੇ ਤੇਰਾ ਤਖਤ ਲੱਗਦਾ ਹੈ, ਜਿੱਥੇ ਤੇਰੇ ਲੋਕ ਤੇਰੀ ਹਮਦੋ ਸਨਾ ਲਈ, ਤੇਰੀ ਪ੍ਰਸਤਿਸ਼ ਲਈ ਇਕੱਠੇ ਹੁੰਦੇ ਹਨ, ਉੱਥੇ ਕੀ ਹੋ ਗਿਆ ਵੇ? ਉਹ ਖੰਡਰ ਹੋ ਗਿਆ ਵੇ। ਓਕੇ, ਨਾ ਸਿਰਫ ਉਹ ਖੰਡਰ ਹੋ ਗਿਆ ਵੇ, ਬਲਕਿ ਦੁਸ਼ਮਣਾਂ ਨੇ ਕੀ ਕੀਤਾ ਵੇ? ਉਹਨਾਂ ਨੇ ਆ ਕੇ ਤੇ ਖੁਦਾਵੰਦ ਝੰਡੇ ਤੇ ਤੇਰੇ ਨਾਂ ਦੇ ਲੱਗੇ ਹੋਏ ਹਨ, ਉਹਨਾਂ ਝੰਡੇ ਲਿਆ ਕੇ ਕਿੱਥੇ ਲਾ ਖੜੇ ਨੇ? ਉਹਨਾਂ ਆਪਣੇ ਨਾਂ ਦੇ ਝੰਡੇ ਲਾ ਖੜੇ ਨੇ, ਠੀਕ ਹੈ। ਔਰ ਕਹਿੰਦੇ ਨਾ ਸਿਰਫ ਉਹਨਾਂ ਇਹ ਕੰਮ ਕੀਤਾ ਵੇ, ਬਲਕਿ ਉਹ ਕੁਲਾੜੇ ਤੇ ਲਿਆ ਕੇ ਜਿੱਥੇ ਤੇਰੇ ਨਾਂ ਦੀ ਨਕਸ਼ਕਾਰੀ, ਡਿਜ਼ਾਈਨਿੰਗ, ਆਰਟ ਵਰਕ ਸੀ, ਜਿੱਥੇ ਤੇਰੇ ਨਾਂ ਦਾ ਜਿਹੜਾ ਵੇ ਨਾ ਉੱਥੇ ਕ੍ਰੀਏਟਿਵਿਟੀ ਸੀ, ਉਹਨਾਂ ਨੇ ਕੀ ਕੀਤਾ ਵੇ? ਨਾ ਸਿਰਫ ਉਹਨਾਂ ਨੇ ਸਾਰਾ ਤੋੜ ਭੰਨ ਦਿੱਤਾ ਵੇ ਕੁਲਾੜੀ ਤੇ ਹਥੌੜਿਆਂ ਦੇ ਨਾਲ, ਬਲਕਿ ਉਹਨਾਂ ਇੱਕ ਕੰਮ ਹੋਰ ਕੀ ਕੀਤਾ ਵੇ? ਉਹਨਾਂ ਤੇਰੇ ਮਕਦਸ ਨੂੰ ਕੀ ਲਾ ਦਿੱਤੀ ਹੈ? ਅੱਗ ਲਾ ਦਿੱਤੀ ਹੈ, ਮਤਲਬ ਸਾੜ ਕੇ ਸੁਆਹ ਕਰ ਦਿੱਤਾ ਵੇ।
ਔਰ ਅੱਗੇ ਉਹਨੇ ਕਿਹਾ ਜੀ ਕਿ ਤੇਰੇ ਨਾਂ ਦੇ ਮਸਕਨ ਨੂੰ ਜ਼ਮੀਨ ਤੱਕ ਮਸਮਾਰ ਕਰਕੇ ਨਾਪਾਕ ਕਰ ਦਿੱਤਾ ਵੇ, ਔਰ ਉਹਨਾਂ ਆਪਣੇ ਦਿਲ 'ਚ ਕੀ ਆਖਿਆ ਵੇ ਕਿ ਅਸੀਂ ਇਹਨੂੰ ਬਿਲਕੁਲ ਵਿਰਾਨ ਕਰ ਦਿਆਂਗੇ। ਉਹਨਾਂ ਇਸ ਮੁਲਕ ਦੇ ਖੁਦਾ ਦੇ ਸਾਰੇ ਇਬਾਦਤਖਾਨਿਆਂ ਨੂੰ ਕੀ ਕੀਤਾ ਵੇ, ਜਲਾ ਦਿੱਤਾ ਵੇ। ਤਾਂ ਤਿੰਨ ਚੀਜ਼ਾਂ ਵੇਖੀਆਂ ਇਹਦੇ ਵਿੱਚ, ਤਿੰਨ ਰੈਫਰੈਂਸ ਉਹਨੇ ਯੂਜ਼ ਕੀਤੇ ਨੇ। ਨੰਬਰ 1 ਮਕਦਸ, that is temple. Number 2 maskan, that is tabernacle या sanctuary या khema. And number 3 लफ्ज उन्होंने यूज किया इबादत खाने. So इबादत खाने was not in the Jerusalem. इबादत खाने was in the cities ਜਿਹੜੇ ਬਾਕੀ ਸ਼ਹਿਰਾਂ ਚ ਹੁੰਦੇ ਹਨ, ਜਿਹੜੇ ਲੋਕਲ congregation ਜਾਂ ਲਫ਼ਜ਼ ਜਿਹਨੂੰ ਅਸੀਂ ਜਮਾਤ ਖਾਨਾ ਜਾਂ synagogue ਜਿਹਨੂੰ ਅਸੀਂ ਕਹਿੰਦੇ ਆ। So actually he used all 3 dimension of God's community and people of God where they come to remember God's name and praise and offer and sacrifices. So ਤਿੰਨੇ ਚੀਜ਼ਾਂ ਦੇ ਵਿੱਚ ਨੇ, ਔਰ ਉਹਨੇ ਬਿਆਨ ਕੀਤਾ ਕਿ ਤਿੰਨੇ ਹੀ, ਉਹਨਾਂ ਕਿਹਾ ਸਾਡੇ ਨਿਸ਼ਾਨ ਹੀ ਨਜ਼ਰ ਨਹੀਂ ਆਉਂਦੇ। ਸੋ ਸਾਡੇ ਜਿਹੜੇ ਨਿਸ਼ਾਨ ਸਨ, ਨਿਸ਼ਾਨੀਆਂ ਕੀ ਸਨ? ਜਿੱਥੇ ਖੁਦਾਵੰਦ ਤੇਰੀ ਹਮਦੋਸਨਾ ਹੁੰਦੀ ਸੀ, ਤੇਰਾ ਨਾਂ ਲਿਆ ਜਾਂਦਾ ਸੀ, ਤੇਰੇ ਨਾਂ ਦੀਆਂ ਕੁਰਬਾਨੀਆਂ ਚੜ੍ਹਾਈਆਂ ਜਾਂਦੀਆਂ ਹਨ, ਔਰ ਆਂਦਾ ਕੋਈ ਨਬੀ, ਦੈਟਸ ਦ ਵਰਸਟ ਕੰਡੀਸ਼ਨ ਜਿਹੜੀ ਹੈ ਨਾ, ਉਹ ਕੀ ਕਹਿੰਦੇ ਕੋਈ ਨਬੀ ਨਹੀਂ ਰਹਿ ਰਿਹਾ। ਮਤਲਬ ਇਹ ਕਿ ਖੁਦਾਵੰਦ ਤੇਰੀ ਆਵਾਜ਼ ਸਾਡੇ ਤੱਕ ਪਹੁੰਚਾਉਣ ਵਾਲਾ ਕੋਈ ਵੀ ਨਹੀਂ ਰਿਹਾ। ਓਕੇ, ਦੈਟਸ ਦ ਵਰਸਟ ਸਿਚੁਏਸ਼ਨ। ਇਹਦਾ ਹਿਸਟੋਰੀਕਲ ਬੈਕਗ੍ਰਾਉਂਡ ਕੀ ਹੈ? ਮਤਲਬ ਸਕਾਲਰਸ ਨੇ ਇਹਦੇ ਬਾਰੇ ਚ ਮੁਖਤਲਿਫ ਆਰਾ ਦਿੱਤੀਆਂ ਨੇ। ਉਹਨਾਂ ਕਿਹਾ ਜੀ ਜਾਂ ਤੇ ਜ਼ਿਕਰ ਕਰਨ ਡਿਆ ਵੇ ਜਦੋਂ ਏਲੀ ਕਾਹਨ ਦੇ ਦੌਰ ਦੇ ਵਿੱਚ ਜਦੋਂ ਫਲਸਤੀਨੀਆਂ ਨੇ ਅਟੈਕ ਕੀਤਾ ਸੀ ਤੇ ਖੁਦਾ ਦਾ ਸੰਦੂਕ ਲੈ ਗਏ ਸਨ। ਦੂਜਾ ਇੱਕ ਸਕਾਲਰ ਕਹਿੰਦਾ ਨਹੀਂ ਜੀ ਉਹ ਸਾੜਨ ਦੀ ਗੱਲ ਕਰਨ ਡਿਆ ਵੇ ਤੇ ਅੱਗ ਲਾਉਣ ਦੀ ਗੱਲ ਕਰਨ ਡਿਆ ਵੇ ਤੇ ਮਸਮਾਰ ਦੀ ਗੱਲ ਕਰਨ ਡਿਆ ਵੇ। ਇਹ ਬਾਬਲੀਆਂ ਨੇ ਜਦੋਂ ਹਰਕਤ ਕੀਤੀ ਨਾ, ਬਾਬਲੀਆਂ ਜਦੋਂ ਅਟੈਕ ਕੀਤਾ ਵੇ, ਇਹ ਉਦੋਂ ਦਾ ਕੰਮ ਹੈ। ਠੀਕ ਹੈ, ਅੱਛਾ। ਸੋ ਸਕਾਲਰ ਦੇ ਬਾਰੇ ਚ, ਲੇਕਿਨ ਤੁਹਾਨੂੰ ਪਤਾ ਵੇ ਕਿ ਛੋਟੇ ਮੋਟੇ ਅਟੈਕ ਵੀ ਹੁੰਦੇ ਰਹਿੰਦੇ ਹਨ। ਯਾਨੀ 70 ਸਾਲ ਦੀ ਬਾਬਲੀ ਸਰੀ ਤੇ ਵੱਡਾ ਕੰਮ ਸੀ ਨਾ, 70 ਸਾਲ ਤੱਕ ਕੌਮ ਹੀ ਗਾਇਬ ਹੋ ਜਾਏ ਪੂਰੀ ਆਪਣੇ ਜਗ੍ਹਾ ਤੋਂ। ਇਹਦੇ ਵਿੱਚ ਇੱਕ ਹੋਰ ਬੜਾ ਇੰਪੋਰਟੈਂਟ ਹਿਸਟੋਰੀਕਲ ਵਾਕਿਆ ਹੋਇਆ ਜਿਹੜਾ ਅਸੀਂ ਪੜਾਂਗੇ ਪਹਿਲੇ ਇਤਿਹਾਸ ਦੇ ਵਿੱਚ, ਔਰ ਦੂਸਰਾ ਇਤਿਹਾਸ ਮੇਰਾ ਖਿਆਲ ਹੈ। ਅੰਕਲ ਜੀ ਕੀ ਹਵਾਲਾ ਸੀ, ਜਰਾ ਪੜਿਓ, ਆਪਣਾ ਮਾਈਕ ਔਨ ਕਰ ਲਿਓ। ਮੈਂ ਦੂਸਰਾ ਇਤਿਹਾਸ ਉਹਦੀ 12ਵਾਂ ਬਾਬ ਤੇ 9 ਤੋਂ 10 ਆਇਤ ਪੜਾਂਗਾ। ਸੋ ਮਿਸਰ ਦਾ ਰਾਜਾ ਸੀਸਕ ਯਰੂਸ਼ਲਮ ਉੱਤੇ ਚੜ੍ਹ ਆਇਆ ਤੇ ਯਹੋਵਾ ਦੇ ਭਵਨ ਦੇ ਖਜ਼ਾਨੇ ਨੂੰ ਅਤੇ ਪਾਤਸ਼ਾਹੀ ਮਹਿਲ ਦੇ ਖਜ਼ਾਨੇ ਨੂੰ ਲੈ ਗਿਆ। ਸਗੋਂ ਉਹ ਸਭ ਕੁਝ ਲੈ ਗਿਆ ਅਤੇ ਸੋਨੇ ਦੀਆਂ ਉਹ ਢਾਲਾਂ ਵੀ ਜੋ ਸੁਲੇਮਾਨ ਨੇ ਬਣਵਾਈਆਂ ਸਨ ਲੈ ਗਿਆ। ਤਾਂ ਰਹਿਬੋਆਮ ਪਾਤਸ਼ਾਹ ਨੇ ਉਹਨਾਂ ਦੇ ਬਦਲੇ ਪਿੱਤਲ ਦੀਆਂ ਢਾਲਾਂ ਬਣਵਾਈਆਂ ਅਤੇ ਉਹਨਾਂ ਸ਼ਾਹੀ ਨਿਗਹਬਾਨਾਂ ਦੇ ਸਰਦਾਰਾਂ ਦੇ ਜਿਹੜੇ ਸ਼ਾਹੀ ਮਹਿਲ ਦੇ ਦਰਵਾਜ਼ੇ ਦੀ ਰਾਖੀ ਕਰਦੇ ਸਨ ਹੱਥ ਵਿੱਚ ਸੌਂਪ ਦਿੱਤਾ। ਓਕੇ, ਸੋ देयर इज अनदर किंग, ਇੱਕ ਮਿਸਰ ਦਾ ਬਾਦਸ਼ਾਹ ਸੀ ਸੀਸਕ। ਉਹਨੇ ਵੀ ਯਰੂਸ਼ਲਮ ਤੇ ਹਮਲਾ ਕੀਤਾ ਤੇ ਉਹ ਵੀ ਹੈਕਲ ਦੇ ਵਿੱਚੋਂ ਸੋਨਾ ਤੇ ਹੈਕਲ ਦੇ ਵਿੱਚੋਂ ਜਿਹੜਾ ਸਾਰਾ ਖਜ਼ਾਨਾ ਸੀ, ਹੈਕਲ ਦੇ ਵਿੱਚ ਜਿਹੜਾ ਸੁਲੇਮਾਨ ਬਾਦਸ਼ਾਹ ਨੇ ਕੀਮਤੀ ਸ਼ਾਵਾਂ ਰੱਖਿਆ ਸਨ, ਉਹ ਵੀ ਲੈ ਗਿਆ ਸੀ। ਠੀਕ ਹੈ, ਸੋ ਅਸੀਂ ਵੇਖਦੇ ਹਾਂ ਕਿ ਹੈਕਲ ਦੇ ਉੱਤੇ ਜਾਂ ਉਸ ਸ਼ਹਿਰ ਦੇ ਉੱਤੇ ਸਿਰਫ ਬਾਬਲੀਆਂ ਨੇ ਜਾਂ ਅਸੂਰੀਆਂ ਹਮਲਾ ਨਹੀਂ ਕੀਤਾ। ਜਿਹਦਾ ਆਲੇ ਦੁਆਲੇ ਜਿਹੜੀ ਤਾਕਤ ਸਲਤਨਤ ਵੱਡੀ ਪਾਵਰਫੁਲ ਹੁੰਦੀ ਸੀ ਔਰ ਜਿਹਦਾ ਜਿਹੜਾ ਦਾ ਲੱਗਦਾ ਸੀ ਨਾ, ਉਹ ਜਨਾਬ ਉਹ ਹਮਲਾ ਕਰਕੇ ਲੈ ਦੇ ਜਾਂਦੇ ਹਨ। ਠੀਕ ਹੈ ਨਾ, ਤੇ ਜਿਹੜੇ ਇਸਰਾਇਲੀ ਹਨ, ਯਹੂਦੀ ਹਨ, ਉਹ ਫਿਰ ਬਾਅਦ ਚੋਂ ਕੁਰਲਾਉਂਦੇ ਰੋਂਦੇ ਰਹਿੰਦੇ ਹਨ। ਲੇਕਿਨ ਇਹਦੇ ਪਿੱਛੇ ਵਜ੍ਹਾ ਜਿਹੜੀ ਹੈ ਨਾ, ਇੱਕ ਉਹ ਵਜ੍ਹਾ ਇੰਪੋਰਟੈਂਟ ਕੀ ਹੈ ਕਿ ਉਹਨਾਂ ਬਾਦਸ਼ਾਹਾਂ ਨੂੰ ਜਦੋਂ ਉਹ ਰੱਜ ਗਏ ਨਾ, ਜਦੋਂ ਉਹਨਾਂ ਦੇ ਕੋਲ ਅਮਨ ਹੋ ਗਿਆ, ਸਲਾਮਤੀ ਹੋ ਗਈ, ਤੇ ਜਨਾਬ ਉਹਨਾਂ ਦੇ ਕੋਲ ਗੱਲਾ ਬੜਾ ਹੋ ਗਿਆ, ਤੇ ਜਨਾਬ ਫਸਲ ਬੜੀ ਹੋ ਗਈ, ਤੇ ਜਿਹਨੂੰ ਕਿਹਾ ਜਾਂਦਾ ਨਾ ਕਿ ਉਹਨਾਂ ਦੀਆਂ ਅੱਖਾਂ ਤੇ ਚਰਬੀ ਆ ਗਈ। ਠੀਕ ਹੈ, ਤੇ ਇਸ ਲਈ ਖੁਦਾ ਕੀ ਕਰਦਾ ਸੀ, ਉਹ ਫਿਰ ਕੀ ਕਰਦਾ, ਖੁਦਾ ਨੂੰ ਭੁੱਲ ਜਾਂਦੇ ਹਨ। ਜਿਵੇਂ ਹੀ ਉਹਨਾਂ ਦੇ ਕੋਲ ਦੌਲਤ ਦੀ ਔਰ ਸਹਿਲ ਪਸੰਦੀ ਔਰ ਵਸਾਇਲ ਆ ਜਾਂਦੇ ਹਨ ਨਾ, ਤੋਂ ਹੀ ਉਹ ਖੁਦਾ ਨੂੰ ਭੁੱਲ ਜਾਂਦੇ ਹਨ। ਠੀਕ ਹੈ, ਖੁਦਾ ਫਿਰ ਕੀ ਕਰਦਾ ਸੀ, ਖੁਦਾ ਫਿਰ ਆਂਢ ਗੁਆਂਢ ਦੀ ਸਲਤਨਤ ਜਾਂ ਉਹਨਾਂ ਤੇ ਕੋਈ ਕੌਮ ਬਰਪਾ ਕਰਦਾ ਹੀ, ਤੇ ਫਿਰ ਉਹ ਖੁਦਾ ਨੂੰ ਯਾਦ ਕਰਦੇ ਨੇ, ਖੁਦਾ ਕਿੱਧਰ ਗਿਆ ਹੁਣ। ਠੀਕ ਹੈ, ਸੋ ਦੈਟ ਵਾਸ ਦਾ ਹੋਲ ਸਾਈਕਲ। ਪੂਰੀ ਬਨੀ ਇਸਰਾਇਲ ਕੌਮ ਦਾ, ਉਹਨਾਂ ਦੀ ਹਿਸਟਰੀ ਦਾ ਪੂਰਾ ਸਾਈਕਲ ਹੀ ਆ ਰਿਹਾ ਵੇ ਲਾਈਫ ਦਾ, ਉਹਨਾਂ ਦੀ ਕਮਿਊਨਿਟੀ ਲਾਈਫ ਦਾ। ਠੀਕ ਹੈ, ਖੁਦਾ ਨੇ ਐਦ ਕੀਤਾ, ਮੰਨ ਲਿਆ, ਖੁਦਾ ਨੇ ਬਰਕਤ ਦਿੱਤੀ, ਖੁਦਾ ਨੂੰ ਭੁੱਲ ਭੁਲਾ ਕੇ ਆਪਣੇ ਕੰਮਾਂ 'ਚ ਪੈ ਗਏ, ਤੇ ਫਿਰ ਖੁਦਾ ਨੇ ਸਜ਼ਾ ਦਿੱਤੀ, ਤੇ ਫਿਰ ਖੁਦਾ ਨੂੰ ਯਾਦ ਕੀਤਾ, ਫਿਰ ਅਲਟੀਮੇਟਲੀ ਖੁਦਾ ਕਿਸੇ ਨੂੰ ਬਰਪਾ ਕਰਦਾ ਸੀ, ਖੜਾ ਕਰਦਾ ਸੀ, ਐਂਡ ਦੇ ਕਮ ਬੈਕ ਅਗੇਨ। ਠੀਕ ਹੈ, ਸੋ ਦੈਟ ਵਾਸ ਦਾ ਹੋਲ ਪੈਟਰਨ ਆਫ ਦੀ ਰਿਲੇਸ਼ਨਸ਼ਿਪ। ਠੀਕ ਹੈ, ਸੋ ਅਸੀਂ ਵੇਖਦੇ ਹਾਂ ਕਿ ਉਹਨੇ ਬਿਆਨ ਕੀਤਾ ਵੇ ਜਿਹੜੀ ਸਾਰਿਆਂ ਨਾਲੋਂ ਚ ਖਤਰਨਾਕ ਗੱਲ ਹੈ ਨਾ, ਜਿਹੜੀ ਉਹ ਕੀ ਹੈ, ਜਿਹੜੀ ਖਤਰਨਾਕ ਗੱਲ ਹੈ, ਉਹ ਕਹਿੰਦਾ ਕਿ ਸਾਡੇ ਨਿਸ਼ਾਨ, our signs, they have been deleted, they have been eclipsed। ਉਹਦੀ ਵਜ੍ਹਾ ਕੀ ਹੈ? ਨਿਸ਼ਾਨ, ਇੱਕ ਤੇ ਨਿਸ਼ਾਨ ਮਿਟ ਗਏ। ਨਿਸ਼ਾਨ ਉਹ ਕੀ ਸਨ? ਖੁਦਾ ਦੀ ਹੈਕਲ, ਖੁਦਾ ਦਾ ਮਸਕਨ, ਖੁਦਾ ਦੇ ਇਬਾਦਤ ਖਾਨੇ। ਠੀਕ ਹੈ,
ਆਂਦਾ ਜਦੋਂ ਸਾਡੇ ਨਿਸ਼ਾਨ ਮਿਟ ਗਏ ਦੂਜੀ ਵੱਡੀ ਜਿਹੜਾ ਡਿਜ਼ਾਸਟਰ ਆਇਆ ਨਾ ਉਹਦੇ ਉੱਤੇ ਜਿਹੜਾ ਡਿਜ਼ਾਸਟਰ ਆਇਆ ਵੇ ਉਹ ਆਂਦਾ ਕੋਈ ਨਬੀ ਨਹੀਂ ਰਿਹਾ। ਔਰ ਨਬੀ ਦਾ ਕੰਮ ਵੇਖੋ ਅੱਜ ਕੱਲ੍ਹ ਦੇ ਦੌਰ ਵਿੱਚ ਬੜੇ ਨਬੀ ਤੁਹਾਨੂੰ ਲੱਭਣਗੇ ਇੱਧਰ ਉੱਧਰ ਗੱਲਾਂ ਕਰਨ ਵਾਲੇ, ਲੇਕਿਨ ਨਬੀ ਦਾ ਕੰਮ ਕੀ ਹੁੰਦਾ ਸੀ? ਨਬੀ ਦੀ ਪ੍ਰਾਇਮਰੀ ਮਿਨਿਸਟਰੀ ਇਹ ਹੁੰਦੀ ਸੀ ਕਿ ਉਹ ਖੁਦਾ ਦੀ ਆਵਾਜ਼ ਬਣ ਕੇ ਤੇ ਕੌਮ ਦੇ ਨਾਲ ਕੀ ਕਰਦਾ ਸੀ? ਗੱਲ ਕਰਦਾ ਸੀ। ਪ੍ਰੀਸਟ ਜਿਹੜੇ ਹੁੰਦੇ ਸਨ ਉਹ ਕੌਮ ਦੀ ਰਹਿਨੁਮਾਈ ਕਰਕੇ ਤੇ ਕੌਮ ਨੂੰ ਖੁਦਾ ਦੇ ਅੱਗੇ ਕੀ ਕਰਦੇ ਹਨ? ਪੇਸ਼ ਕਰਦੇ ਹਨ। ਦੈਟਸ ਅ ਬਿਗ ਡਿਫਰੈਂਸ। ਬਾਜ਼ ਔਕਤ ਲੋਕੀ ਨਬੀਆਂ ਨੂੰ ਤੇ ਕਾਹਨਾਂ ਨੂੰ ਇਕੱਠੇ ਰਗੜਾਦੇ ਜਾਂਦੇ ਨੇ, ਠੀਕ ਹੈ? That was not the case. Prophet was always a voice from God. He was a mouthpiece of God. ਜਦ ਕਿ ਪ੍ਰੀਸਟ ਜਿਹੜੇ ਹੁੰਦੇ ਹਨ ਉਹ ਲੋਕਾਂ ਦੀ ਨੁਮਾਇੰਦਗੀ ਕਰਕੇ ਖੁਦਾ ਦੇ ਸਾਹਮਣੇ ਪੇਸ਼ ਕਰਦੇ ਹਨ, ਠੀਕ ਹੈ? ਸੋ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਹੈ ਵੇ, ਇਹਦਾ ਮਤਲਬ ਹੈ ਨਹੀਂ ਇੱਕ ਕਿ ਕੋਈ ਨਬੀ ਕੋ ਨਹੀਂ, ਨਬੀ ਬੜੇ ਹਨ ਬਟ ਦੇ ਵਰ ਫਾਲਸ ਪ੍ਰੋਫਿਟ। ਓਕੇ, ਬੜੇ ਲੋਕਾਂ ਦੇ ਕਾਰੋਬਾਰ ਚੱਲਣ ਰਹੇ ਹਨ, ਬੜੇ ਲੋਕਾਂ ਦੀਆਂ ਦੁਕਾਨਦਾਰੀਆਂ ਚੱਲਣ ਰਹੀਆਂ ਹਨ, but they were those prophets, those who never ever receive any word from God's counsel. They were always talking about their own plan. They were always talking about their own man-made doctrines. और जो उन्होंने दिल दी गल होंदी थी ना वो जनाब लोगों ने जाके सुना सकते हैं, ठीक है? सो एक्चुअली ਅਸੀਂ ਵੇਖੀ ਅੱਜ ਸਾਡੇ ਕੋਲ ਕਿੰਨੀਆਂ ਜ਼ਬਾਨਾਂ ਜਿਹੀ ਕਲਾਮ ਪੜਨ ਰਹੇ ਆ, ਠੀਕ ਹੈ? ਇੰਗਲਿਸ਼ ਵਰਜਨ ਤੇ ਢੇਰੋ ਢੇਰ ਅੰਗਰੇਜ਼ੀ ਵਰਜਨ ਨੇ, ਪੰਜਾਬੀ ਦਾ ਵਰਜਨ ਹੈ, ਉਰਦੂ ਦਾ ਵਰਜਨ ਹੈ, ਪੂਰੀ ਦੁਨੀਆ ਦੀਆਂ ਕਿੰਨੀਆਂ ਜ਼ਬਾਨਾਂ ਦੇ ਵਿੱਚ ਖੁਦਾ ਦਾ ਕਲਾਮ ਹੈ। ਇਮੈਜਿਨ ਉਸ ਦੌਰ ਨੂੰ, ਇਮੈਜਿਨ ਕਰੋ ਤੁਹਾਡੇ ਹੱਥਾਂ ਦੇ ਵਿੱਚ ਤੁਹਾਡੀ ਜ਼ਬਾਨ ਵਿੱਚ ਬਾਈਬਲ ਵੀ ਕੋਈ ਨਹੀਂ ਔਰ ਉਤੋਂ ਖੁਦਾ ਦਾ ਕਲਾਮ ਜਿਨ੍ਹਾਂ ਦੇ ਵਸੀਲੇ ਖੁਦਾ ਬੋਲਦਾ ਸੀ ਉਹ ਵੀ ਗਾਇਬ ਹੋ ਜਾਏ। ਕੀ ਸਿਚੁਏਸ਼ਨ ਹੋਏਗੀ? ਜਿਹੜੇ ਲੋਕੀ ਖੁਦਾ ਦੀ ਆਵਾਜ਼ ਸੁਣਨ ਨੂੰ ਤਰਸਦੇ ਨੇ, ਜਿਹੜੇ ਲੋਕ ਖੁਦਾ ਦਾ ਕਲਾਮ ਪੜਨ ਨੂੰ ਤਰਸਦੇ ਨੇ, ਜਿਹੜੇ ਲੋਕ ਖੁਦਾ ਦੇ ਨਾਲ ਰਿਲੇਸ਼ਨਸ਼ਿਪ ਨੂੰ ਤਰਸਦੇ ਨੇ, ਉਹ ਕੀ ਕਰਨਗੇ? ਠੀਕ ਹੈ? ਔਰ ਆਸਫ ਵਰਗਾ ਘਰਾਣਾ ਜਿਨ੍ਹਾਂ ਦੀ ਜ਼ਿੰਦਗੀਆਂ ਔਰ ਜਿਨ੍ਹਾਂ ਦੀ ਲਾਈਫ ਲਾਈਨ ਜਿਹੜੀ ਹੈ ਖੁਦਾ ਦੇ ਘਰ ਦੇ ਖੁਦਾ ਦੀ ਹਮਦੋ ਸਨਾ ਦੇ ਨਾਲ ਹੈ, ਠੀਕ ਹੈ ਨਾ? ਹਾਊ ਕੈਨ ਦੇ ਸਰਵਾਈਵ? ਸੋ ਉਹਦਾ ਰੋਣਾ, ਉਹਦਾ ਕੁਰਲਾਣਾ ਖੁਦਾ ਦੇ ਅੱਗੇ ਜਿਹੜਾ ਵੇ ਨਾ ਉਹ ਦੈਟ ਇਜ਼ ਵੈਲਿਡ ਐਂਡ ਲੈਜਿਟ। ਔਰ ਖੁਦਾ ਅੱਗੇ ਕਹਿੰਦਾ ਵੇ ਕਿ ਵਰਸ ਦੇ ਆਵੇ ਸਾਡੇ ਨਿਸ਼ਾਨ ਹੀ ਮੁੱਕ ਗਏ ਔਰ ਉਤੋਂ ਤੇਰੀ ਆਵਾਜ਼ ਵੀ ਕੋਈ ਨਹੀਂ। ਮਤਲਬ ਵੀ ਆਰ ਟੋਟਲੀ ਕਹਿੰਦਾ ਵੀ ਆਰ ਟੋਟਲੀ ਡੂਮਡ। ਸੋ ਇਹਦੇ ਬਾਅਦ ਅੱਗੇ ਵੱਧਦਾ ਵੇ ਔਰ ਫਿਰ ਉਹ ਆਪਣਾ ਜੋ ਮੈਂ ਗੱਲ ਕੀਤੀ ਹੈ 3 ਵਾਰੀ ਇਹਨੇ ਖੁਦਾ ਨੂੰ ਨਾਂ ਲੈ ਕੇ ਪੁਕਾਰਿਆ। ਐ ਖੁਦਾ 10ਵੀਂ ਆਇਤ ਕੀ ਕਹਿੰਦਾ ਵੇ ਕਿ ਐ ਖੁਦਾ ਮੁਖਾਲਿਫ ਕਬ ਤੱਕ ਤਾਨਾ ਜ਼ਨੀ। पंजाबी च की है जी जरा पढ़ो जरा 10वीं आयत की कह रहे हैं? विरोधी निंदा करेगा कद तीक हे परमेश्वर, विरोधी निंदा करेगा भला वैरी सदा तीक तेरे नाम उत्ते कुफर बकेगा। ओके जी, so now he is asking God to take action, intervene। खुदा ਨੂੰ ਕਹਿ ਰਿਹਾ ਖੁਦਾਵੰ ਤੂੰ ਇੰਜ ਕਰਕੇ ਬਹਿ ਰਿਹਾ, ਮੈਂ ਚੁੱਪ ਕਰਕੇ ਬਗਲਾਂ 'ਚ ਹੱਥ ਦੇ ਕੇ ਤੇ ਵੇਖੀ ਆਉਣ ਡਿਆ ਸਾਡੇ ਨਾਲ ਥੱਲੇ ਸਾਡੇ ਨਾਲ ਕੀ ਹਾਲ ਹੋਣ ਡਿਆ ਵੇ, ਆਪਣੇ ਹੱਥ ਖੋਲ ਉੱਠ, ਠੀਕ ਹੈ? ਔਰ ਜਿਹੜੇ ਵੈਰੀ ਸਾਡੇ ਖਿਲਾਫ ਹੋਏ ਨੇ ਤੂੰ ਖੁਦਾਵੰਦ ਉਹਨਾਂ ਦੇ ਖਿਲਾਫ ਇੰਟਰਵੀਨ ਕਰ, ठीक है? डिवाइन इंटरवेंशन कर। आगे कहना ना अपना दाना हाथ बगल से निकाल और फना कर। लोग वेखण दे आराम नाल की होण दिया है ते लेकिन ਉਹਨੂੰ ਆਈਡੀਆ ਨਹੀਂ ਹੈ ਉਹਦਾ ਜਿਹੜਾ ਮੇਜਰ ਕੰਸਰਨ ਹੈ ਹੋਇਆ ਵੇ ਕਿ ਖੁਦਾ ਸਾਡੇ ਗੁਨਾਹਾਂ ਦੀ ਵਜ੍ਹਾ ਨਾਲ, ਖੁਦਾ ਸਾਡੀ ਬਦਕਾਰੀ ਦੀ ਵਜ੍ਹਾ ਨਾਲ, ਸਾਡੀ ਬੇਦੀਨੀ ਦੀ ਵਜ੍ਹਾ ਨਾਲ ਖੁਦਾ ਸਾਨੂੰ ਰਿਜੈਕਟ ਕਰ ਦਿੱਤਾ ਵੇ। ਲੇਕਿਨ ਹਾਊ कम कि खुदा सानू भुल ही गया बिल्कुल, मतलब साडे ते काम ही नहीं करेगा। नाउ here's इंटरेस्टिंग पॉइंट। देखो दुआ दा एक मेजर पर्पस हमेशा खुदा कोई भी चीज सानू जेड़ा ना फॉर ग्रांटेड नहीं देंदा। ओके, that's why if we want God's intervention, if we want God's divine supernatural power to work on our behalf, we have to ask God to do something on our or the church or the nation's behalf। ठीक है? खुदा फरमांदा वे हिस्कियल दी मार्फत खुदा फरमांदा वे मैंने तलाश की और मैंने देखा। खुदा कहंदा मैं लभया, मैं ढूंढिया जाके कि मैनू कोई एक बंदा मिले जिहड़ा इस कौम लई रखने दे विच की हो जाए, खलो जाए। मतलब कि God is willing to do but he will not do for things by his own for granted। We need to offer and we need to pour our prayers खुदा दे behalf ते खुदा ਨੂੰ ਕਹਿਣਾ ਪਏਗਾ ਖੁਦਾਵੰਦ ਸਾਡੇ ਲਈ ਇੰਜ ਕਰ, ਸਾਡੀ ਕੌਮ ਲਈ ਕਰ। We have to, that's why intercessor ਨੇ ਨਾ ਦੁਆ ਕਰਨ ਵਾਲੇ ਜਿਹੜੇ ਵਾਰੀਅਰ ਨੇ, ਜਿਹੜੇ ਦੁਆ ਕਰਨ ਵਾਲੇ ਲੋਕ ਨੇ, that's why their role is very important। ਕਿਉਂਕਿ ਜਿੰਨੇ ਅਗਰ ਜ਼ਮੀਨ ਤੋਂ ਦੁਆਵਾਂ ਹੀ ਨਾ ਜਾਣ ਉੱਤੇ ਤੇ ਅੱਜ ਅਸੀਂ ਜੋ ਕੁਝ ਵੇਖਣ ਡਏ ਆਪਣੇ ਆਲੇ ਦੁਆਲੇ ਜਾਂ ਖੁਦਾ ਦਾ ਕੰਮ ਹੋ ਰਿਹਾ ਵੇ ਉਹ ਕਦੀ ਨਾ someone somewhere sometime has prayed about it।
ਐਵੇਂ ਨਹੀਂ ਹੋ ਗਿਆ, ਠੀਕ ਹੈ। ਸੋ ਉਹ ਕਹਿ ਰਿਹਾ ਜੀ ਕਿ ਖੁਦਾਵੰਦ ਤੇ ਕੰਮ ਕਰ। ਅੱਛਾ, ਇਹਦੇ ਵਿੱਚ ਨਾ ਇੱਕ ਹੋਰ ਬੜੀ ਇੰਪੋਰਟੈਂਟ ਜਿਹੜੀ ਚੀਜ਼ ਮੈਂ ਨੋਟ ਕੀਤੀ ਹੈ, ਔਰ ਉਹ ਵੇ ਕਿ ਉਹਨੇ ਜਿਹੜਾ ਇਮੇਜ ਯੂਜ਼ ਕੀਤਾ ਵੇ ਨਾ, ਤੁਸੀਂ ਵੇਖੋਗੇ ਉਹਨੇ ਆਪਣੀ ਕੌਮ ਲਈ, ਵੇਖੋ ਉਹਨੇ ਫਿਰ ਕੀ ਲਫ਼ਜ਼ ਯੂਜ਼ ਕੀਤਾ ਜੀ, ਕਬੂਤਰੀ, ਠੀਕ ਹੈ ਨਾ। ਆਪਣਾ ਸਿਸਟਰ ਜੋਤੀ ਤੋਂ ਕੀ ਆਇਤ ਪੜ੍ਹੀ ਸੀ, ਜਿਹੜੀ ਪੜ੍ਹੇ ਦਾ ਦੁਬਾਰਾ 19 ਆਇਤ, ਮਾਈਕ ਅਨਮਿਊਟ ਕਰ ਲਿਓ। 19 ਆਇਤ ਵੇਖੋ ਜ਼ਰਾ ਉਹਨੇ ਕੀ ਟਰਮ ਕੀ ਯੂਜ਼ ਕੀਤੀ ਆਪਣੇ ਲੋਕਾਂ ਵਾਸਤੇ। ਤੂੰ ਆਪਣੇ ਭੋਲੇ ਕਬੂਤਰ ਨੂੰ ਜੰਗਲੀ ਜਾਨਵਰਾਂ ਅੱਗੇ ਨਾ ਸੁੱਟ ਅਤੇ ਆਪਣੇ ਗਰੀਬ ਦੇ ਪ੍ਰਾਣਾਂ ਨੂੰ ਨਾ ਭੁੱਲ। ਓਕੇ ਜੀ, ਨਾ ਪਹਿਲਾਂ ਉਹਨੇ ਕੀ ਯਾਦ ਕਰਾਇਆ ਖੁਦਾ ਨੂੰ, ਅਸੀਂ ਤੇਰੀਆਂ ਭੇਡਾਂ ਵਾਂ, ਠੀਕ ਹੈ, ਅਸੀਂ ਤੇਰੇ ਖਰੀਦੇ ਹੋਏ ਲੋਕ ਆ, ਅਸੀਂ ਤੇਰੀ ਮਿਰਾਸ ਦਾ ਕਬੀਲਾ ਵਾਂ, ਪਹਿਲੀਆਂ 2 ਆਇਤਾਂ ਦੇ ਵਿੱਚ। ਓਕੇ, ਨਾਓ ਸੇਮ ਕਨਸੈਪਟ, same relationship now with the different images, okay, different languages, different terminology। ਉਹ ਕੀ ਹਨ? ਨੰਬਰ 1 ਆਂਦਾ ਜੀ ਆਪਣੀ ਭੋਲੇ ਕਬੂਤਰ। ਤੁਹਾਨੂੰ ਯਾਦ ਹੈ ਇੱਕ ਵਾਰ ਅਸੀਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਕਬੂਤਰ ਦੇ ਬਾਰੇ ਚ ਕਿ ਬਨੀ ਇਸਰਾਇਲ ਕੌਮ ਨੂੰ ਖੁਦਾ ਕਬੂਤਰ ਕਹਿੰਦਾ ਵੇ, ਔਰ ਬੇਦਾਨਿਸ਼ ਫਾਖਤਾ ਜ਼ਬੂਰ 84 ਚ ਪੜ੍ਹਾਈ ਨਾ ਸਾਂ ਕਿ ਐਸੀ ਕਬੂਤਰ ਜਾਂ ਕਬੂਤਰੀ ਜਿਹਨੂੰ ਅਕਲ ਮਤ ਕੋਈ ਵੀ ਨਹੀਂ, ਭੋਲੀ ਹੈ, ਠੀਕ ਹੈ, ਜਾਂ ਭੋਲਾ ਕਬੂਤਰ ਹੈ, ਠੀਕ ਹੈ। ਨੰਬਰ 2 ਆਪਣੇ ਗਰੀਬ, ਆਪਣੀ ਫਾਖਤਾ, ਆਪਣੇ ਗਰੀਬ, ਆਪਣੇ ਅਹਿਦ। ਓਹੋ, ਦੈਟਸ ਪਾਵਰਫੁਲ। ਖੁਦਾਵੰਦ ਆਪਣੇ ਕੋਵੈਨੈਂਟ ਨੂੰ ਯਾਦ ਕਰ, ਆਪਣੇ ਅਹਿਦ ਨੂੰ ਯਾਦ ਕਰ, ਕਿਉਂਕਿ ਜ਼ਮੀਨ ਦੇ ਤਾਰੀਕ ਮਕਾਮ ਮਿਲੇ ਨੇ ਜ਼ੁਲਮ ਤੇ ਮਸਕਾਂ ਨਾਲ ਭਰ ਗਏ ਨੇ। ਓਕੇ ਜੀ, ਸੋ 3 ਚੀਜ਼ਾਂ ਫਿਰ ਯੂਜ਼ ਕਰਨ ਦੇ। ਨੰਬਰ ਕੀ ਕਹਿ ਰਿਹਾ? ਕਬੂਤਰ ਵੀ ਤੇਰਾ ਵੇ, ਮਤਲਬ ਕਬੂਤਰ ਦਾ ਆਪਣੇ ਆਪ ਨੂੰ ਰਿਲੇਟ ਕਰ ਰਿਹਾ ਕੌਮ ਨੂੰ, ਫਿਰ ਗਰੀਬ ਤੇ ਮਸਕੀਨ, ਔਰ ਫਿਰ ਅਹਿਦ, ਖੁਦਾਵੰਦ ਆਪਣੇ ਕੋਵੈਨੈਂਟ ਨੂੰ ਯਾਦ ਕਰ, ਠੀਕ ਹੈ ਜੀ। ਜਿਹੜਾ ਇਹਦੇ ਚ ਇੱਕ ਹੋਰ ਬੜਾ ਇੰਪੋਰਟੈਂਟ ਐਸਪੈਕਟ ਹੈ, 22 ਆਇਤ ਪੜ੍ਹੀ ਨਾ ਕਿ ਐ ਖੁਦਾਵੰਦ ਉੱਠ ਤੇ ਆਪਣੀ ਵਕਾਲਤ ਕਰ। ਇਹ ਬੜਾ ਅੱਛਾ ਪੰਜਾਬੀ ਚ ਆਇਆ ਵੇ ਕਿ ਉੱਠ ਤੇ ਆਪਣਾ ਮੁਕੱਦਮਾ ਕੀ ਕਰ, ਆਪੇ। ਓਕੇ, ਸੋ ਅਸੀਂ ਬਾਜ਼ ਔਕਾਤ ਦਿਸ ਦਾ ਹੋਲ ਕੋਰਟ ਰੂਮ ਸੈਸ਼ਨ ਹੈ, ਠੀਕ ਹੈ। ਉਹਨੇ ਖੁਦਾ ਦੇ ਸੁਪਰੀਮ ਕੋਰਟ ਦੇ ਵਿੱਚ ਕੀ ਕੀਤਾ ਵੇ, ਉਹਨੇ ਮੁਕੱਦਮਾ ਆਪਣਾ ਪੇਸ਼ ਕਰ ਦਿੱਤਾ ਵੇ, ਠੀਕ ਹੈ। ਲੇਕਿਨ ਮੁਕੱਦਮਾ ਐਕਚੁਅਲੀ ਉਹ ਕਿਹਦਾ ਲੜਨ ਡਿਆ ਵੇ? ਖੁਦਾ ਦਾ ਮੁਕੱਦਮਾ ਲੜ ਕੇ ਖੁਦਾ ਨੂੰ ਹੀ ਕਹਿਣ ਡਿਆ ਵੇ ਉੱਠ ਤੇ ਆਪਣੀ ਕੀ ਕਰ, ਆਪਣਾ ਮੁਕੱਦਮਾ ਆਪੇ ਲੜ। ਵਾਏ? ਕਿਉਂਕਿ ਅਸੀਂ ਜਿਹੜੇ ਆ, ਅਸੀਂ ਤੇਰੇ ਲੋਕ ਆ, ਅਸੀਂ ਤੇਰੇ ਨਾਂ ਤੋਂ ਆ, ਤੇ ਸਾਡਾ ਕੋਵੈਨੈਂਟ ਤੇਰੇ ਨਾਲ ਹੈ, ਸਾਨੂੰ ਹੋਰ ਪੁੱਛਣ ਵਾਲਾ ਕੋਈ ਵੀ ਨਹੀਂ ਹੋ, ਠੀਕ ਹੈ। ਸੋ ਇਸ ਲਈ ਅਸੀਂ ਤੇ ਮੈਂ ਮੁਕੱਦਮਾ ਤੇਰੀ ਕੌਮ ਦਾ ਪੇਸ਼ ਕਰਨਾ, ਲੇਕਿਨ ਚੂੰਕਿ ਤੇਰੀ ਕੌਮ ਤੇਰੀ ਹੈ ਤੇ ਮੁਕੱਦਮਾ ਤੇਰਾ ਬਣਦਾ ਵੇ, ਇਸ ਲਈ ਆਪੇ ਲੜ ਉੱਠ ਕੇ ਹੁਣ, ਠੀਕ ਹੈ। ਮਤਲਬ ਸੱਚ ਅ ਬਿਊਟੀਫੁਲ ਇਮੇਜਰੀ। ਵੇਖੋ, ਖੁਦਾ ਨੂੰ ਪ੍ਰੋਵੋਕ ਕਰਨ ਲਈ, ਖੁਦਾ ਨੂੰ ਠਾਣ ਲਈ, ਔਰ ਖੁਦਾ ਨੂੰ ਆਪਣੇ ਕੌਮ ਦੇ ਬਿਹਾਫ ਤੇ ਇੰਟਰਵੀਨ ਕਰਨ ਲਈ he is using a powerful word pray, ਠੀਕ ਹੈ। ਮਤਲਬ ਕੈਸਾ ਆਈਡੀਆ ਵੇ ਖੁਦਾ ਕੋ ਕੰਮ ਕਰਵਾਉਣ ਦਾ, ਇੰਟਰਸਟਿੰਗਲੀ, ਠੀਕ ਹੈ ਨਾ। ਖੁਦਾ ਕੋ ਕੰਮ ਕਰਵਾਉਣਾ ਹੋਏ ਤੇ ਸਾਰੇ ਮਤਲਬ ਵਹੀ ਵੀ ਤੇਰੇ, ਸਾਡੇ ਕੰਮ ਵੀ ਤੇਰੇ, ਸਾਰਾ ਕੁਝ ਤੇਰਾ, ਤੇ ਮੁਕੱਦਮਾ ਵੀ ਤੇਰਾ, ਤੂੰ ਲੜ ਵੀ ਆਪ, ਠੀਕ ਹੈ। ਸੋ ਬੈਨੀਫਿਸ਼ਰੀ, ਵੀ ਆਰ ਦਾ ਬੈਨੀਫਿਸ਼ਰੀ ਐਕਚੁਅਲੀ। ਸੋ ਮੇਰੇ ਅਜ਼ੀਜ਼ੋ, ਅਸੀਂ ਵੇਖਦੇ ਹਾਂ ਕਿ ਐਨੀਮੀ ਜਿਹੜਾ ਵੇ ਆਉਂਦਾ ਜੀ, ਖੁਦਾਵੰਦ ਅਸੀਂ ਰਿਜੈਕਟ ਹੋ ਗਏ ਆ, ਦੁਸ਼ਮਣ ਤਾਨਾਜ਼ਾਨੀ ਕਰਨ ਡਿਆ ਵੇ, ਸਾਨੂੰ ਯਾਦ ਕਰ ਤੇ ਸਾਡਾ ਮੁਕੱਦਮਾ ਲੜ, ਠੀਕ ਹੈ ਜੀ। ਵੇਲਿੰਗ ਵਰਸ਼ਿਪ ਹੈ, ਦਿਸ ਇਜ਼ ਅ ਵਰਸ਼ਿਪ ਐਕਚੁਅਲੀ। ਵੇਖੋ, ਖੁਦਾ ਦੇ ਅੱਗੇ ਰੋਣਾ ਕਰਲਾਣਾ, ਇਟ ਇਜ਼ ਆਲਸੋ ਅ ਵਰਸ਼ਿਪ। ਵਰਸ਼ਿਪ ਜਾਂ ਪ੍ਰੇਜ਼ ਹਮੇਸ਼ਾ ਇਹ ਨਹੀਂ ਹੈ ਕਿ ਹੱਸਦੇ ਗਾਉਂਦੇ ਨੱਚਦੇ ਤਾਲੀਆਂ ਮਾਗੇ ਮਾਰਦੇ ਰਹੀਏ, ਦੈਟਸ ਨਾਟ ਓਨਲੀ ਦ ਵਰਸ਼ਿਪ। ਦ ਵਰਸ਼ਿਪ ਇਜ਼ ਆਲਸੋ ਸਮਟਾਈਮ ਵੈਨ ਵੀ ਕ੍ਰਾਈ ਆਊਟ, when we ask God to intervene, ਜਦੋਂ ਅਸੀਂ ਖੁਦਾ ਨਾਲ ਲੜਨੇ ਆ, ਝਗੜਨੇ ਆ, ਬਹਿਸ ਕਰਨੇ ਆ, ਦਲੀਲਾਂ ਦੇਣੇ ਆ, ਔਰ ਖੁਦਾ ਨੂੰ ਕਹਿੰਦੇ ਆ ਕਿ ਸਾਡੇ ਬਿਹਾਫ ਤੇ ਕੰਮ ਕਰ, that is also worship. But this is wailing, and during this wailing we worship and we wait God. ਤੁਹਾਨੂੰ ਪਤਾ ਵੇ ਅੱਜ ਤੱਕ ਜਿਹੜੀ ਹੈਕਲ ਪੁਰਾਣੀ ਬਣੀ ਸੀ, ਜਿਹੜੀ ਸਨ 70 ਚ ਤਬਾਹ ਹੋਈ ਸੀ, ਅੱਜ ਤੱਕ ਯਹੂਦੀ ਜਿਹੜੀ ਦੀਵਾਰ ਦੇ ਅੱਗੇ ਜਾ ਕੇ ਹਿੱਲ ਕੇ ਦੁਆਵਾਂ ਕਰਦੇ ਨੇ, ਪਰਚੀਆਂ ਪਾਉਂਦੇ ਨੇ, ਉਹ ਦੁਆ ਦਾ ਨਾਮ ਵਾਲਾ ਕੀ ਹੈ ਪਤਾ? ਵੇਲਿੰਗ ਵਾਲ, ਦੀਵਾਰ ਗਿਰਿਆ। ਗਿਰਿਆ ਦਾ ਮਤਲਬ ਹੈ, ਫਾਰਸੀ ਜ਼ਬਾਨ ਦਾ ਲਫ਼ਜ਼ ਹੈ, ਐਸੀ ਦੀਵਾਰ ਜਿਹਦੇ ਅੱਗੇ ਜਾ ਕੇ ਨੋਹਾ ਕਰੋ ਤੇ ਮਾਤਮ ਕਰੋ, ਜਿਹਦੇ ਅੱਗੇ ਜਾ ਕੇ। ਇਟਸ ਅ ਵੇਲਿੰਗ ਵਾਲ। ਸੋ ਵੇਲਿੰਗ ਇਜ਼ ਆਲਸੋ ਵਰਸ਼ਿਪ। ਸਾਡੇ ਜ਼ਿਹਨਾਂ ਦੇ ਵਿੱਚ, ਸਾਡੇ ਕੋਲ ਕਨਸੈਪਟ ਸਿਰਫ ਵਰਸ਼ਿਪ ਦਾ ਕੀ ਹੈ, ਆ ਮਾਰ ਨਾਰੇ ਤੇ ਮਾਰ ਮਾਗੇ ਤੇ ਮਾਰ ਤਾਲੀਆਂ ਤੇ ਮਾਰ ਹੈਪੀ ਕਲੈਪੀ ਮੋਡ ਲੈ ਕੇ ਖੁਦਾ ਅੱਗੇ ਆ ਜਾਣਾ। ਦੈਟਸ ਨਾਟ ਦ ਓਨਲੀ ਐਸਪੈਕਟ ਆਫ ਵਰਸ਼ਿਪ. Worship has various layers and dimension, and this devastated situation in the history of the Israel, Asaph is raising his voice, he's wailing in worship and waiting for God to intervene on behalf.
ਸੋ ਅਸੀਂ ਵੇਖਦੇ ਆ ਕਿ ਇਹ ਵਾਹਿਦ ਜ਼ਬੂਰ ਹੈ ਜੀ। ਇੱਕ ਦੋ ਜ਼ਬੂਰ ਹੋਰ ਵੀ ਹੈ, ਜ਼ਬੂਰ 44 ਮੇਰੇ ਖਿਆਲ ਚ 74 ਹੈ ਤੇ 44 ਹੈ, ਇੱਕ ਹੋਰ ਜ਼ਬੂਰ ਹੈ ਜਿਹਦੇ ਵਿੱਚ ਮੋਸਟਲੀ ਜਿਹੜਾ ਮਾਤਮ ਜਾਂ ਨੋਹਾ ਵਾ ਨਾ ਜਿਹੜਾ ਜ਼ਬੂਰਾਂ ਦਾ, ਉਹ ਸ਼ੁਰੂ ਹੁੰਦਾ ਵੇ ਐਸੀ ਸਿਚੁਏਸ਼ਨ ਤੋਂ ਕਿ ਜਿਹਦੇ ਵਿੱਚ ਲੋਕੀ ਜਿਹੜੇ ਨਾ ਉਹ ਪਰੇਸ਼ਾਨ ਨੇ, ਪ੍ਰੋਬਲਮ ਵਿੱਚ ਨੇ, ਦੁੱਖ ਦਾ ਭਰੇ ਨੇ, ਠੀਕ ਹੈ। ਉਹ ਖੁਦਾ ਕੋਲੋਂ ਦੁਆ ਕਰਦੇ ਨੇ ਤੇ ਫਿਰ ਖੁਦਾ ਦਵਾਈ ਕਰਦਾ ਹੈ, ਓਕੇ। ਲੇਕਿਨ 2 ਜਾਂ 3 ਐਸੇ ਨੇ ਜਿਨ੍ਹਾਂ ਵਿੱਚ ਜ਼ਬੂਰ ਸਿਰਫ ਦੁਆ ਤੇ ਖਤਮ ਹੋ ਗਏ ਨੇ, ਦਵਾਈ ਦਾ ਕੋਈ ਨੋਟੇਸ਼ਨ ਨਹੀਂ ਕਿ ਦਵਾਈ ਕਿਧਰੋਂ ਕੋ ਆਏਗੀ, ਠੀਕ ਹੈ। So this is only ending up only with the petition and prayer and protest. Now ਇਹਦੀ ਨਵੇਂ ਅਦਨਾਮੇ ਵਿੱਚ ਮੇਰੇ ਔਰ ਤੁਹਾਡੇ ਲਈ ਕੀ ਅਹਿਮੀਅਤ ਹੈ ਹੁਣ, ਠੀਕ ਹੈ। ਨਾਓ ਦੈਟਸ ਅ ਲਾਸਟ ਪੁਆਇੰਟ। ਸੋ ਇੱਕ ਹਵਾਲਾ ਜ਼ਰਾ ਖੋਲਿਓ, ਇਬਰਾਨੀਓ 4 ਬਾਬ ਔਰ ਉਹਦੀ 16ਵੀਂ ਆਇਤ। ਇਬਰਾਨੀਓ 4:16 ਜਿਹੜਾ ਵੀ ਕੱਢ ਲੈ ਹਵਾਲਾ ਦੱਸ ਕੇ ਪੜ੍ਹੇ ਜੀ। ਇਬਰਾਨੀਓ 4 ਬਾਬ ਉਹਦੀ 16ਵੀਂ ਆਇਤ। ਇਸ ਲਈ ਆਓ ਅਸੀਂ ਕਿਰਪਾ ਦੇ ਸਿੰਘਾਸਣ ਦੇ ਅੱਗੇ ਦਲੇਰੀ ਨਾਲ ਚੱਲੀਏ, ਭਾਈ ਅਸੀਂ ਦਇਆ ਪ੍ਰਾਪਤ ਕਰੀਏ ਅਤੇ ਉਹ ਕਿਰਪਾ ਪਾਈਏ ਜੋ ਵੇਲੇ ਸਿਰ ਸਾਡੀ ਸਹਾਇਤਾ ਕਰੇ। ਇੰਟਰਸਟਿੰਗ, ਓਕੇ। ਸੋ ਕੀ ਕਹਿ ਰਿਹਾ ਇਬਰਾਨੀਆਂ ਦਾ ਖਤ ਦਾ ਮੁਸੰਨਫ? ਕਹਿ ਰਿਹਾ ਵੇ ਕਿ ਪੁਰਾਣੇ ਐਦੀਆਂ ਜੂਇਸ਼ ਲਾਅ ਦੇ ਮੁਤਾਬਿਕ ਲੋਕੀ ਜਿਹੜੇ ਹਨ ਖੁਦਾ ਦੇ ਕੋਰਟ ਰੂਮ ਵਿੱਚ ਪਹੁੰਚਦੇ ਹਨ, ਲੇਕਿਨ ਉਦੋਂ ਉਹਨਾਂ ਕੋਲ ਖੁਦਾ ਦੇ ਫਜ਼ਲ ਦਾ ਤਖਤ ਅੱਗੇ ਨਹੀਂ ਹੁੰਦਾ। ਉਹ ਖੁਦਾ ਨੂੰ ਐਜ਼ ਅ ਜਜਮੈਂਟ ਸੀਟ ਤੇ ਵਹਿੰਦੇ ਹਨ। ਲੇਕਿਨ ਖੁਦਾਵੰਦ ਯਿਸੂ ਮਸੀਹ ਦੇ ਬਾਅਦ ਬੀਇੰਗ ਅ ਚਰਚ, ਬੀਇੰਗ ਅ ਕਲੀਸਿਆ ਹੁੰਦਿਆਂ ਹੋਇਆਂ ਸਾਡੀ ਡਾਇਰੈਕਟ ਐਕਸੈਸ ਕਿੱਥੇ ਵੇ? ਖੁਦਾ ਦੇ ਫਜ਼ਲ ਦੇ ਤਖਤ ਦੇ ਸਾਹਮਣੇ, ਕਿਰਪਾ ਦੇ ਤਖਤ ਦੇ ਸਾਹਮਣੇ। Not only a judgment seat, but through Jesus Christ we have access to God's grace room, God's grace throne room, ਠੀਕ ਹੈ। ਉਹਦੀ ਵਜ੍ਹਾ ਕੀ ਹੈ? ਉਹਦੀ ਵਜ੍ਹਾ ਹੈ ਵੀ ਮੇਰੇ ਜੀਜ਼ੋ, ਤੁਹਾਨੂੰ ਯਾਦ ਹੈ ਖੁਦਾਵੰਦ ਯਿਸੂ ਮਸੀਹ ਨੇ ਯਹੂਦੀਆਂ ਨਾਲ ਗੁਫ਼ਤਗੂ ਕਰਦਿਆਂ, ਬਹਿਸ ਕਰਦਿਆਂ, ਮੇਰੇ ਖਿਆਲ ਯੂਹੰਨਾ 8ਵਾਂ ਕਿ 9ਵਾਂ ਬਾਬ ਜਾਂ 10ਵਾਂ ਬਾਬ ਹੈ, ਯਿਸੂ ਮਸੀਹ ਕਿਹਾ ਸੀ ਕਿ ਤੁਸੀਂ ਇਸ ਹੈਕਲ ਨੂੰ ਢਾ ਦਿਓ ਤੇ ਮੈਂ 3 ਦਿਨਾਂ ਚ ਇਹਨੂੰ ਕੀ ਕਰ ਦਾਂਗਾ? ਬਣਾ ਦਾਂਗਾ। ਰਿਮੈਂਬਰ, ਓਕੇ। ਕਿਹੜੀ ਹੈਕਲ ਸੀ? ਅੱਗੋਂ ਉਹਦੀ ਡੈਫੀਨੇਸ਼ਨ ਕੀ ਦਿੱਤੀ ਹੈ? ਉਸਨੇ ਆਪਣੇ ਬਦਨ ਕੀ ਬਾਬਤ ਬੋਲਾ ਥਾ, ਠੀਕ ਹੈ। ਐਕਚੁਅਲ ਜਿਹੜੀ ਨਵੀਂ ਹੈਕਲ ਜਿਹਦੀ ਗੱਲ ਕਰਨਾ ਨਾ, ਹੈਕਲ ਬਰਬਾਦ ਹੋ ਗਈ ਤੇ ਮਸਕਨ ਤਬਾਹ ਹੋ ਗਏ ਨੇ, ਇਬਾਦਤਖਾਨੇ ਸਾਰੇ ਖਤਮ ਹੋ ਗਏ ਨੇ ਐਕਚੁਅਲੀ। So the spiritual meaning in the New Testament, that hackle, that temple rebuild, and that temple is Jesus Christ, ਜਿਹੜਾ ਕੋਨੇ ਦੇ ਸਿਰੇ ਦਾ ਪੱਥਰ ਹੈ। He is the cornerstone and he is the chief stone. Okay, he is not only the cornerstone, ਪਤਰਸ ਲਿਖਦਾ ਵੇ ਨਾ ਕਿ ਕੋਨੇ ਦੇ ਸਿਰੇ ਦਾ ਪੱਥਰ ਹੈ, ਨਾ ਸਿਰਫ ਹੈ ਬਲਕਿ ਉਹ ਉਤਲੇ ਸਿਰੇ ਦਾ ਵੀ ਪੱਥਰ ਹੈ ਜਿਹਦੇ ਫਾਈਨਲ ਬਿਲਡਿੰਗ ਤੇ ਬਾਅਦ ਜਿਹੜਾ ਚੀਫ ਸਟੋਨ ਲੱਗਦਾ ਵੇ ਜਿਹੜਾ। Okay, so we are all now the part of that temple, ਠੀਕ ਹੈ। ਸੋ ਉਹ ਟੈਂਪਲ ਰੀਬਿਲਡ ਹੋਇਆ ਵੇ, ਦੁਬਾਰਾ ਖੜਾ ਹੋਇਆ ਵੇ, ਔਰ ਉਸ ਟੈਂਪਲ ਦੇ ਜ਼ਰੀਏ ਜਿਹੜਾ ਯਿਸੂ ਮਸੀਹ ਦੇ ਕੋਨੇ ਦੇ ਸਿਰ ਦਾ ਪੱਥਰ ਹੈ, we reach to God's throne room, ਔਰ ਉੱਥੇ ਅਸੀਂ ਆਪਣਾ ਆਹੋ ਨਾਰਾ, ਆਪਣੀਆਂ ਹਾਵਾਂ, ਆਪਣੇ ਨਾਲੇ ਤੇ ਆਪਣੇ ਮਾਤਮ ਔਰ ਆਪਣੇ ਪ੍ਰੋਟੈਸਟ ਅਸੀਂ ਖੁਦਾ ਅੱਗੇ ਢੇਲ ਸਕਨੇ ਆ, ਔਰ ਫਜ਼ਲ ਦੇ ਤਖਤ ਦੇ ਸਾਹਮਣੇ ਦਲੇਰੀ ਦੇ ਨਾਲ ਜਾਣੇ ਆ। ਕਿਉਂ? ਇਸ ਲਈ ਕਿ ਸਾਡਾ ਸਰਦਾਰ ਕਾਹਨ ਯਿਸੂ ਮਸੀਹ ਉਸ ਅਸਮਾਨੀ ਹੈਕਲ ਦੇ ਵਿੱਚ ਮੌਜੂਦ ਹੈ। ਸੋ ਖੁਦਾਵੰਦ ਸਾਨੂੰ ਆਪਣੇ ਬਿਟਰਨੈਸ ਨੂੰ, ਆਪਣੇ ਕਮਜ਼ੋਰੀਆਂ ਨੂੰ, ਆਪਣੇ ਖਾਮੀਆਂ ਨੂੰ, ਆਪਣੇ ਰੋਣੇ ਕੁਰਲਾਣੇ ਨੂੰ, ਆਪਣੇ ਸਿਚੁਏਸ਼ਨ ਦੇ ਵਿੱਚ, ਭਾਵੇਂ ਕੋਵਿਡ ਹੈ, ਭਾਵੇਂ ਪੈਂਡੈਮਿਕ ਹੈ, ਭਾਵੇਂ ਫਾਈਨੈਂਸ਼ੀਅਲ ਹੈ, ਭਾਵੇਂ ਕੋਈ ਵੀ ਰਿਲੇਸ਼ਨਲ ਹੈ, whatever situation we are facing, we ask God in boldness and in humility to intervene, और खुदा का वादा किए, God has already provided through Jesus Christ what we have. तो खुदावन सानू ऐसे मानते और इरते खड़ा रहना तौफीक बख्शे। आमीन आमीन आमीन। थैंक यू पास्टर जी। ਹੁਣ ਮੈਂ ਇਨਵਾਈਟ ਕਰਦੀ ਅੰਕਲ ਜੋਸ਼ੂਆ ਨੂੰ ਕਿ ਉਹ ਇਸ ਕਲਾਮ ਦੇ ਮੁਤਲਕ ਜੋ ਉਹਨਾਂ ਨੂੰ ਸਵਾਲ, ਕੋਈ ਕਮੈਂਟਰੀ ਸਾਡੇ ਨਾਲ ਸ਼ੇਅਰ ਕਰਨ। ਜ਼ਬੂਰ ਬੜਾ ਹੀ ਇੰਟਰਸਟਿੰਗ ਹੈ। ਮੈਂ ਜਦ ਦੁਪਹਿਰੇ ਇਸ ਦੇ ਉੱਤੇ ਇਹਨੂੰ ਮੈਂ ਪੜ੍ਹਿਆ, ਘੱਟੋ ਘੱਟ 4-5 ਵਾਰੀ ਮੈਂ ਪੜ੍ਹਿਆ ਹੁਣ, ਤੇ ਫਿਰ ਮੈਨੂੰ ਇਹਦੇ ਚੋਂ ਕੁਛ ਲੱਭਾ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਮੰਗਦਾ। ਇਹਦਾ ਮੈਂ ਥੀਮ ਲਿਆ ਸੀ, a plea for God to help his people defend his cause and remember his promise when we feel devastated or forgotten. We can plead to God for help knowing that he hears. ਇਹਦੀ ਪਹਿਲੀ ਤੇ ਦੂਸਰੀ ਆਇਤਾਂ ਤੇ ਫਿਰ 10ਵੀਂ ਤੇ 18ਵੀਂ ਚ God's anger against Israel had grown hot during the many years of their sin and adultery.
His patience endured for generations, but at least it was set aside for judgment. If you fall into sin and quickly seek God's forgiveness, His mercy may come quickly, and His anger may leave quickly. If you persist in sinning against Him, don't be surprised when His patience runs out. The 10वीं ਤੇ 18वीं है, God sometimes slow to intervene on our behalf. Might appear slow to us is good timings from God's perspective. It's easy to become impatient while waiting God to act, but we never give up on Him. When God is silent and you are in deep anguish, follow up method in this psalm, review the great acts of God throughout biblical history. ਜਿਸ ਤਰ੍ਹਾਂ ਪਾਸਟਰ ਜੀ ਨੇ ਦੱਸਿਆ ਕਿ ਵੀ ਹੈਕਲ ਨੂੰ ਕਿੰਨੀ ਵਾਰੀ ਢਾਇਆ ਗਿਆ, ਕਿੰਨੀ ਵਾਰੀ ਬਣਾਇਆ, ਲੁੱਟਿਆ ਹੀ ਜਦ ਤੱਕ ਮਤਲਬ ਕਿ ਸ਼ੁਰੂ ਦੇ ਵਿੱਚ ਹੋਇਆ. Review the great acts of God throughout at biblical history, then review what He has done for you. This will remind you that God is at work, not only in history, but also in your life today. That's it. Thank you अंकल जी. मैं इनवाइट कर दी आंटी ज्योति ने कि सवाल अपनी कमेंटरी सारे साइड ਨਾਲ ਸ਼ੇਅਰ ਕਰਨ. ਕਾਫੀ ਸਾਰਿਆਂ ਨੂੰ ਜੈ ਮਸੀਹ ਦੀ. ਜ਼ਬੂਰ 74 ਹੈ ਜਿਹੜਾ, ਇਹਦੇ ਵਿੱਚ ਕੌਮ ਦੇ ਛੁਟਕਾਰੇ ਲਈ ਪ੍ਰਾਰਥਨਾ ਆਸਫ ਨੇ ਕੀਤੀ ਹੈ, ਔਰ ਉਹਨੇ ਖੁਦਾ ਦੇ ਨਾਲ ਗਿਲਾ ਵੀ ਕੀਤਾ ਹੈ, ਔਰ ਖੁਦਾ ਨੂੰ ਉਹਨੇ ਉਹਦੇ ਅੱਗੇ ਪ੍ਰਾਰਥਨਾ ਵੀ ਕੀਤੀ ਹੈ. ਇਸ ਦੇ ਵਿੱਚ ਮੈਂ ਦੇਖਿਆ ਜਿਸ ਤਰ੍ਹਾਂ 15 ਤੇ 16 17 ਇਹਦੇ ਵਿੱਚ ਲਿਖਿਆ ਕਿ ਇਸ ਦੇ ਵਿੱਚ ਉਤਪਤ ਦਾ ਵੀ ਪਹਿਲੇ ਜਿਹੜਾ ਚੈਪਟਰ ਹੈ ਉਹਦਾ ਵੀ ਇਹਦੇ ਵਿੱਚ ਜ਼ਿਕਰ ਉਹਨੇ ਕੀਤਾ ਹੈ ਕਿ ਖੁਦਾਵੰਦ ਤੇਰੇ ਹੀ ਦਿਨ ਤੇ ਤੇਰੇ ਹੀ ਰਾਤ ਨੂੰ, ਤੂੰ ਚੰਦ ਤੇ ਸੂਰਜ ਨੂੰ ਸਥਾਪਿਤ ਕੀਤਾ, ਤੂੰ ਹੀ ਧਰਤੀ ਦੀਆਂ ਸੀਮਾਵਾਂ. ਉਹਨੇ ਯਾਦ ਕਰਾ ਕਿ ਖੁਦਾਵੰਦ ਤੂੰ ਤੇਰਾ ਹੀ ਬਣਾਇਆ ਹੋਇਆ ਹੈ ਸਭ ਕੁਝ, ਤੂੰ ਸਭ ਕੁਝ ਕਰ ਸਕਦਾ ਹੈ. ਜਿਸ ਤਰ੍ਹਾਂ ਕਿ ਉਸਨੇ ਕਿਹਾ ਕਿ ਦਿਨ ਰਾਤ ਤੇਰੇ ਹੀ ਬਣਾਏ ਹਨ. ਇਹਦੇ ਵਿੱਚ ਉਤਪਤ ਦਾ ਉਸਨੇ ਜ਼ਿਕਰ ਕੀਤਾ ਹੈ ਜੋ ਪਹਿਲਾ ਚੈਪਟਰ ਹੈ ਉਸਦੀਆਂ ਪਹਿਲੀਆਂ ਆਇਤਾਂ ਵਿੱਚ, ਔਰ ਉਸਨੇ ਖੁਦਾ ਅੱਗੇ ਬੇਨਤੀ ਕੀਤੀ ਹੈ ਕਿ ਤੁਸੀਂ ਸਭ ਕੁਝ ਕਰ ਸਕਦੇ ਆ. ਔਰ ਇਸ ਦੀ ਜਿਹੜੀ 21 ਆਇਤ ਹੈ, ਤੂੰ ਅਤਿਆਚਾਰ ਹੇਠ ਦੱਬੇ ਲੋਕਾਂ ਨੂੰ ਅਪਮਾਨਿਤ ਨਾ ਹੋਣ ਦੇ, ਹਰ ਗਰੀਬ ਅਤੇ ਲੋੜਵੰਦ ਤੇਰੇ ਨਾਂ ਦੀ ਵਡਿਆਈ ਕਰੇ. ਉਸਨੇ ਕਿਹਾ ਕਿ ਖੁਦਾਵੰਦ ਤੂੰ ਹਰ ਇੱਕ ਦੀ ਮਦਦ ਕਰ ਜੋ ਲੋੜਵੰਦ ਹਨ. ਖੁਦਾਵੰਦ ਤੂੰ ਉਹਨਾਂ ਦੀ ਪ੍ਰਾਰਥਨਾ ਸੁਣ, ਔਰ ਤੂੰ ਮੇਰੀ ਵੀ ਪ੍ਰਾਰਥਨਾ ਸੁਣ. ਉਹਨੇ ਪ੍ਰਭੂ ਦੇ ਅੱਗੇ ਦੱਸਿਆ ਕਿ ਪ੍ਰਭੂ ਕਿੰਨਾ ਮਹਾਨ ਹੈ, ਔਰ ਖੁਦਾਵੰਦ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਦਾ ਸੀ ਵੀ ਚਾਹੇ ਜਿੰਨੇ ਮਰਜ਼ੀ ਕਿੰਨੇ ਵੀ ਦੁੱਖ ਤਕਲੀਫ ਦੇ ਵਿੱਚ ਹੋਈਏ. ਪ੍ਰਭੂ ਸਾਡੇ ਜਦੋਂ ਅਸੀਂ ਪ੍ਰਭੂ ਅੱਗੇ ਪ੍ਰਾਰਥਨਾ ਕਰਦੇ ਹਾਂ, ਖੁਦਾਵੰਦ ਸਾਡੇ ਲਈ ਉਹ ਸਾਰੇ ਕੰਮ ਕਰਦਾ ਜੋ ਅਸੀਂ ਕਦੀ ਸੋਚੇ ਨਹੀਂ ਹੁੰਦੇ. ਔਰ ਖੁਦਾਵੰਦ ਨੇ ਕਿਹਾ ਕਿ ਤੂੰ ਹਰ ਇੱਕ ਗਰੀਬ ਅਤੇ ਲੋੜਵੰਦ ਦੀ ਤੂੰ ਮਦਦ ਹੈ, ਕਿਉਂਕਿ ਜਦੋਂ ਅਸੀਂ ਉਸਨੂੰ ਪੁਕਾਰਦੇ ਹਾਂ ਉਹ ਟਾਈਮ ਦੇ ਨਾਲ ਸਾਨੂੰ ਹਰ ਇੱਕ ਬਰਕਤ ਦਿੰਦਾ ਹੈ, ਔਰ ਹਰ ਇੱਕ ਜ਼ਰੂਰਤ ਸਾਡੀ ਪੂਰੀ ਕਰਦਾ ਹੈ. ਔਰ ਸਾਰਾ ਇਹ ਜ਼ਬੂਰ ਇਹ ਬਹੁਤ ਇਸਦੀਆਂ ਆਇਤਾਂ ਬਹੁਤ ਪਾਵਰਫੁਲ ਹਨ, ਪਰ ਇਹ ਆਇਤਾਂ ਮੈਨੂੰ ਜ਼ਿਆਦਾ ਇਸ ਦੇ ਵਿੱਚੋਂ ਪਾਵਰਫੁਲ ਹੋਰ ਲੱਗੀਆਂ. ਖੁਦਾਵੰਦ ਸਾਰਿਆਂ ਨੂੰ ਬਰਕਤ ਦੇਵੇ. ਆਮੀਨ. ਥੈਂਕ ਯੂ ਆਂਟੀ ਜੀ. ਹੁਣ ਇਨਵਾਈਟ ਕਰਦੀ ਹਾਂ ਆਂਟੀ ਸਿੰਬਲ ਨੂੰ ਕਿ ਉਹ ਸਾਡੇ ਨਾਲ ਆਪਣੇ ਸਵਾਲ ਆਪਣੀ ਕਮੈਂਟਰੀ ਸਾਡੇ ਨਾਲ ਕਰਨ. ਮੇਰੇ ਖਿਆਲ 'ਚ ਪਾਦੀ ਸਾਹਿਬ ਨੇ ਇੰਨਾ ਅੱਛਾ ਐਕਸਪਲੇਨ ਕਰ ਦਿੱਤਾ ਹੈ ਕਿ ਮੇਰੇ ਕੋਲ ਕੁਝ ਵੀ ਨਹੀਂ ਰਿਫਲੈਕਸ਼ਨ ਲਈ. ਲੇਕਿਨ ਇੱਕ ਛੋਟਾ ਜਿਹਾ ਕਰਾਂਗੀ ਕਿ ਜਦੋਂ ਮੈਂ ਜ਼ਬੂਰ ਪੜ੍ਹਿਆ 74 ਤੇ ਮੈਨੂੰ ਇੰਜ ਲੱਗਿਆ ਜਿਵੇਂ ਸਾਡੀ ਕੌਮ ਜਿਹੜੀ ਪਾਕਿਸਤਾਨ 'ਚ ਹੈ ਉਹ ਇਸੇ ਹੀ ਪ੍ਰੋਸੈਸ 'ਚੋਂ ਲੰਘ ਰਹੀ ਹੈ, ਔਰ ਇੱਕ ਲਫ਼ਜ਼ ਇੰਜ ਹੀ ਲੱਗ ਰਿਹਾ ਸੀ ਜਿਵੇਂ ਮਤਲਬ ਕਈ ਵਾਰੀ ਇੰਜ ਲੱਗਦਾ ਹੈ ਕਿ ਉਹ ਲੋਕੀ ਜਿਹੜੇ ਨੇ ਉਹ ਪਰੇਸ਼ਾਨ ਨੇ ਔਰ ਬਹੁਤ ਜ਼ਿਆਦਾ ਪਰਸੀਕਿਊਸ਼ਨ 'ਚ ਗੁਜ਼ਰ ਰਹੇ ਨੇ, ਔਰ ਸਾਨੂੰ ਇੰਜ ਲੱਗਦਾ ਹੈ ਕਿ ਸ਼ਾਇਦ ਖੁਦਾਵੰਦ ਜਿਹੜਾ ਉਹਨੇ ਥੋੜੀ ਦੇਰ ਲਈ ਆਪਣਾ ਹੱਥ ਰੋਕ ਲਿਆ. ਲੇਕਿਨ ਫਿਰ ਸਾਨੂੰ ਖੁਦਾਵੰਦ ਵਿੱਚ ਪੂਰੀ ਉਮੀਦ ਹੁੰਦੀ ਹੈ ਕਿ ਨਹੀਂ, ਖੁਦਾਵੰਦ ਜਿਹੜਾ ਹੈ ਉਹ ਕੰਟਰੋਲ 'ਚ ਵੇ. ਹਰ ਗੱਲ ਜਿਹੜੀ ਹੈ ਉਹਦੀ ਮਰਜ਼ੀ ਦੇ ਮੁਤਾਬਿਕ ਹੁੰਦੀ ਹੈ, ਔਰ ਇਹਦੇ ਵਿੱਚੋਂ ਵੀ ਖੁਦਾਵੰਦ ਸਾਡੀ ਪਾਕਿਸਤਾਨੀ ਕ੍ਰਿਸਚਨ ਕੌਮ ਦੇ ਲਈ ਬਿਹਤਰੀ ਕੱਢੇਗਾ. ਆਇਤ ਜਿਹੜੀ ਮੈਨੂੰ ਸਾਰਾ ਜ਼ਬੂਰੀ ਅੱਛਾ ਹੈ, ਲੇਕਿਨ
ਆਇਤ ਜਿਹੜੀ ਮੈਨੂੰ ਅੱਛੀ ਲੱਗੀ ਹੋਵੇ, दिन तेरा है रात भी तेरी ही है, नूर और आफताब को तू ही ने तैयार किया है, जमीन की तमाम हदूद तू ही ने ठहराई हैं, गर्मी और सर्दी के मौसम तू ही ने बनाए हैं। ਇਹਦੇ ਵਿੱਚ ਦੱਸਿਆ ਗਿਆ ਹੈ ਕਿ ਖੁਦਾਵੰਦ ਹਰ ਚੀਜ਼ ਤੇਰੇ ਕੰਟਰੋਲ 'ਚ ਹੋਵੇ, ਤੂੰ ਹੀ ਤਾਕਤਵਰ ਹੈ, ਤੂੰ ਹੀ ਸਭ ਕੁਝ ਕਰਨ ਤੇ ਕਾਦਰ ਹੈ। ਜਦੋਂ ਤੂੰ ਦਿਨ ਰਾਤ ਹਰ ਚੀਜ਼ ਤੂੰ ਬਣਾਈ ਹੈ ਤੇ ਤੂੰ ਸਭ ਕੁਝ ਕਰ ਸਕਣਾ ਵੇ। ਤੇ ਮੇਰੀ ਇਹ ਰਿਫਲੈਕਸ਼ਨ ਹੈ। ਹਾਂਜੀ ਸਿਸਟਰ ਸੁੰਬਲ, ਥੈਂਕ ਯੂ ਵੈਰੀ ਮਚ। ਔਰ ਮੈਂ ਇਹਦੇ ਵਿੱਚ ਐਡ ਕਰਾਂਗਾ ਨਾਟ ਓਨਲੀ ਪਰਸੀਕਿਊਸ਼ਨ ਬਲਕਿ ਪੈਂਡੈਮਿਕ ਵੀ ਔਰ ਆਫਤਾਂ ਵੀ ਔਰ ਹਰ ਚੀਜ਼ ਨੂੰ ਬਾਜ਼ ਔਕਾਤ ਤੁਸੀਂ ਵੇਖਿਆ ਹੋਏਗਾ ਬੜੇ ਬੜੇ ਲੋਕਾਂ ਨੇ, ਕਈਆਂ ਲੋਕਾਂ ਨੇ ਜ਼ਬੂਰ ਨੂੰ ਨਾ ਐਜ਼ ਅ ਤਵੀਜ਼ ਦੇ ਤੌਰ ਤੇ ਵੀ ਇਸਤੇਮਾਲ ਕੀਤਾ ਸੀ। ਤੁਸੀਂ ਵੇਖਿਆ ਹੋਏਗਾ ਜਦੋਂ ਨਵਾਂ ਪੈਂਡੈਮਿਕ ਆਇਆ ਨਾ, ਜ਼ਬੂਰ 91 ਬੜਾ ਮਸ਼ਹੂਰ ਹੋਇਆ ਸੋਸ਼ਲ ਮੀਡੀਆ, ਜੀ ਜ਼ਬੂਰ 91 ਪੜੋ ਜੀ, ਦੀਆਂ ਬਣਾ ਕੇ ਲਾਓ ਤੇ ਇਹ ਕਰੋ ਤੇ ਉਹ ਕਰੋ। ਮਤਲਬ ਜ਼ਬੂਰ 91 ਨਾ ਹੋ ਗਿਆ ਭਾਈ, ਉਹ ਕੋਈ ਆਪਣਾ ਮੰਤਰ ਜੰਤਰ ਹੋ ਗਿਆ, ਪੜ ਕੇ ਲਾਓਗੇ ਤੇ ਕੋਵਿਡ ਨੱਠ ਜਾਏਗਾ। ਠੀਕ ਹੈ, ਮਤਲਬ ਇੰਜ ਦਾ ਕੋਈ ਸੀਨ ਨਹੀਂ ਸੀ। ਅਸੀਂ ਜਦੋਂ ਇਹ ਚੀਜ਼ ਵੇਖਦੇ ਨਾ ਕਿ ਦੁਨੀਆ ਦੇ ਵਿੱਚ ਹੋਣ ਵਾਲਾ ਕੋਈ ਵਾਕਿਆ ਬੀਇੰਗ ਅ ਬਿਬਲਿਕਲ ਪਰਸਪੈਕਟਿਵ ਔਰ ਇਮਾਨਦਾਰ ਹੁੰਦਿਆਂ ਆ, ਠੀਕ ਹੈ, ਆਫਤ ਆਏ, ਭਾਵੇਂ ਬਿਮਾਰੀ ਆਏ, ਭਾਵੇਂ ਜੰਗਾਂ ਲੱਗ ਜਾਣ, ਭਾਵੇਂ ਕੁਛ ਵੀ ਹੋ ਜਾਏ, ਭਾਵੇਂ ਸੁਨਾਮੀ ਆ ਜਾਣ ਤੇ ਭਾਵੇਂ ਜਨਾਬ ਪਹਾੜ, ਜ਼ਬੂਰ 46 ਚ ਹੀ ਪੜਿਆ ਸੀ ਕਿ ਕੁਛ ਵੀ ਹੋ ਜਾਏ, ਨਥਿੰਗ ਇਜ਼ ਆਊਟ ਆਫ ਗॉड्स ਕੰਟਰੋਲ। ਠੀਕ ਹੈ, ਔਰ ਇਮਾਨਦਾਰ ਹੁੰਦਿਆਂ ਆ ਸਾਨੂੰ ਇਹ ਯਕੀਨ ਔਰ ਇਮਾਨ ਰੱਖਣਾ ਚਾਹੀਦਾ ਕਿ ਖੁਦਾ ਜਦੋਂ ਇਹ ਚੀਜ਼ਾਂ ਨੂੰ ਪਰਮਿਟ ਕਰਦਾ ਹੈ ਹੋਣ ਲਈ, देयर इज ਅ ਬਿਗ ਪਿਕਚਰ। ਅਸੀਂ ਸਿਰਫ ਆ ਨਾ ਮੇਰੇ ਸਾਹਮਣੇ ਫਰਜ਼ ਕਰੋ ਕਿਤਾਬ ਇੱਕ, ਠੀਕ ਹੈ ਨਾ, ਤੇ ਮੈਂ ਇਹ ਕਿਤਾਬ ਨੂੰ ਇੱਥੇ ਰੱਖ ਕੇ ਪੜਾਂਗਾ ਨਾ ਇੰਜ, ਤੇ ਮੈਨੂੰ ਸਿਰਫ ਪੀ ਜਾਂ ਐਸ ਹੀ ਨਜ਼ਰ ਆਏਗਾ, ਠੀਕ ਹੈ ਨਾ। ਲੇਕਿਨ ਜਦੋਂ ਮੈਂ ਥੋੜਾ ਜਿਹਾ ਨਜ਼ਰ ਰੱਖ ਕੇ ਵੇਖਾਂਗਾ ਨਾ ਕਿ ਵੱਡੀ ਪਿਕਚਰ ਕੀ ਹੈ, ਠੀਕ ਹੈ ਨਾ, ਦੈਨ ਆਈ ਕੈਨ ਸੀ ਦਾ ਹੋਲ ਟੈਕਸਟ। ਪ੍ਰੋਬਲਮ ਸਾਡੇ ਨਾਲ ਇਹ ਹੁੰਦੀ ਹੈ ਕਿ ਅਸੀਂ ਬਾਜ਼ ਔਕਾਤ ਚੀਜ਼ਾਂ ਨੂੰ ਸਿਰਫ ਆਪਣੇ ਦਾਇਰੇ, ਆਪਣੇ ਲੈਂਸ ਵਿੱਚ ਵੇਖਦੇ ਹੁੰਦੇ ਆ, ਠੀਕ ਹੈ। ਔਰ ਫਿਰ ਅਸੀਂ ਉਹਦੇ ਬਾਅਦ ਅਸੀਂ ਉਹਨੂੰ ਜਦੋਂ ਖੁਦਾ ਸਾਡੀਆਂ ਅੱਖਾਂ ਖੋਲ ਦੇਵੇ, ਅਯੂਬ ਦੇ ਕੇਸ ਵਿੱਚ ਵੀ ਇੰਜ ਹੋਇਆ, ਆਸਫ ਦੇ ਕੇਸ ਵਿੱਚ ਵੀ ਇੰਜ ਹੀ ਹੋਇਆ ਵੇ। ਔਰ ਅੱਜ ਕੱਲ੍ਹ ਜਿਹੜੇ ਜਿੰਨੇ ਖੁਦਾ ਦੇ ਇਮਾਨਦਾਰ ਲੋਕ ਨੇ ਨਾ, ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜਿਹੜਾ ਫੀਅਰ ਹੈ ਨਾ, ਫੀਅਰ ਇਜ਼ ਦਾ ਮਦਰ ਆਫ ਐਵਰੀ ਡਿਸਸੈਟਿਸਫੈਕਸ਼ਨ। ਠੀਕ ਹੈ, ਜਦੋਂ ਸਾਨੂੰ ਇਹ ਗੱਲ ਪਤਾ ਲੱਗ ਜਾਂਦੀ ਹੈ ਨਾ ਕਿ ਭਾਵੇਂ ਅਸੀਂ ਜ਼ਿੰਦਾ ਰਹੀਏ, ਪੌਲੁਸ ਕਹਿੰਦਾ ਮੈਂ ਜੀਉਂ ਜਾਂ ਮरूं, ਮੈਂ ਰਹਿਣਾ ਕਿਹਦੇ ਨਾਲ ਹੈ, ਅੰਦਰ ਰਹਿਣਾ ਮੈਂ ਮਸੀਹ ਦੇ ਨਾਲ ਹੀ ਹੈ। ਉਹ ਕਹਿੰਦਾ ਭਾਵੇਂ ਮੈਂ ਇੱਥੇ ਰਵਾਂ ਜਾਂ ਕੂਚ ਕਰ ਜਾ, ਰਹਿਣਾ ਮਸੀਹ ਦੇ ਨਾਲ ਹੀ ਹੈ, ਠੀਕ ਹੈ ਨਾ। ਤੇ ਜਿਹੜੀਆਂ ਖੁਦਾ ਨੇ ਸਾਡੀਆਂ ਹੱਦਾਂ ਠਹਿਰਾਈਆਂ ਨਾ, ਵੇਖੋ ਇੱਥੇ ਲਫ਼ਜ਼ ਆਇਆ ਨਾ ਕਿ ਤੂੰ ਹੀ ਨੇ ਜ਼ਮੀਨ ਕੀ ਤਮਾਮ ਹਦੂਦ ਠਹਿਰਾਈਆਂ। ਪੌਲੁਸ ਰਸੂਲ ਅਮਾਲ 17ਵੇਂ ਬਾਬ ਦੇ ਵਿੱਚ ਜਦੋਂ ਏਥਨ ਦੇ ਵਿੱਚ ਗੱਲ ਕਰਨ ਡਿਆ ਨਾ, ਉੱਥੋਂ ਦੇ ਫਿਲਾਸਫੀਆਂ ਦਾ ਗੱਲ ਕਰਨ ਡਿਆ, ਉਹ ਕਹਿੰਦਾ ਖੁਦਾ ਨੇ ਸਾਡੇ ਸਾਰਿਆਂ ਦੀਆਂ ਹੱਦਾਂ ਬੰਨੀਆਂ ਨੇ। ਵੀ ਆਲ ਹੈਵ ਲਿਮਿਟਸ ਜਿਹੜੀਆਂ ਖੁਦਾ ਨੇ ਠਹਿਰਾਈਆਂ ਨੇ, ਅਸੀਂ ਉਦੋਂ ਬਾਹਰ ਨਹੀਂ ਜਾ ਸਕਦੇ। ਓਕੇ, ਸੋ ਸਾਨੂੰ ਇਹ ਬਿਲੀਵ ਕਰਨਾ ਪਏਗਾ ਕਿ ਖੁਦਾ ਜਦੋਂ ਇਜਾਜ਼ਤ ਦਿੰਦਾ ਵੀ ਚੀਜ਼ਾਂ ਹੋਣ ਲਈ, ਵੀ ਹੈਵ ਟੂ ਹੈਵ ਸਟਰੋਂਗ ਫੇਥ ਅਪਨ ਗॉड। ਸਾਨੂੰ ਇਮਾਨ ਰੱਖਣਾ ਚਾਹੀਦਾ ਵੇ, whether we are living or whether we are dying, ਠੀਕ ਹੈ, we are going to be with God and that is the main satisfaction। ਪ੍ਰੋਬਲਮ ਕੀ ਹੈ, ਮਸਲਾ ਕੀ ਹੈ, ਪੈਨਿਕ ਕੌਣ ਫੈਲਾਉਂਦੇ ਨੇ ਜਾਂ ਕ੍ਰਾਈਸਿਸ ਕੌਣ ਪੈਦਾ ਕਰਦੇ ਨੇ? ਉਹ ਲੋਕ ਨੇ ਜਿਨ੍ਹਾਂ ਦਾ ਖੁਦਾ ਦੇ ਨਾਲ ਜਾਂ ਜਿਨ੍ਹਾਂ ਦਾ ਇਸ ਜ਼ਮੀਨ ਤੋਂ ਬਾਅਦ ਬਿਯੋਂਡ ਲਾਈਫ ਜਿਹੜੀ ਹੈ ਨਾ, ਉਹਦੇ ਵਿੱਚ ਉਹਨਾਂ ਦਾ ਕੰਟਰੀਬਿਊਸ਼ਨ ਕੋਈ ਨਹੀਂ। ਦੇ ਆਰ ਟੋਟਲੀ ਇਨ ਅ ਡਾਰਕਨੈਸ, ਉਹਨਾਂ ਨੂੰ ਪਤਾ ਹੀ ਕੋਈ ਨਹੀਂ ਕਿ ਇਹ ਤੋਂ ਬਾਅਦ ਕੀ ਹੈ। ਉਹ ਫਿਰ ਜਨਾਬ ਹੈ ਨਾ, ਉਹ ਇੱਧਰ ਉੱਧਰ ਦੀਆਂ ਗੱਲਾਂ ਤੇ ਮਾਰ ਆਪਣਾ, ਉਹ ਚੂੰਕਿ ਮੀਡੀਆ ਉਹਨਾਂ ਦੇ ਕੋਲ ਹੈ। ਵੇਖੋ ਨਾ ਇੱਥੇ ਜਿਵੇਂ ਕਿਹਾ ਵੇ, ਵੇਖੋ ਇੱਥੇ ਬੜਾ ਅੱਛਾ ਲਿੰਕ ਬਣ ਗਿਆ ਗੱਲ ਦਾ। ਉਹ ਕਹਿੰਦੇ ਜੀ ਕਿ ਸਾਡੇ ਨਿਸ਼ਾਨ ਤੇ ਉਹਨਾਂ ਜਲਾ ਦਿੱਤੇ ਨੇ, ਖੁਦਾਵੰਦ ਤੇਰੀ ਆਵਾਜ਼ ਤੇ ਹੈ ਕੋਈ ਨਹੀਂ। ਉਹਨਾਂ ਝੰਡੇ ਆਪਣੇ ਲਾ ਖੜੇ ਨੇ, ਉਹਨਾਂ ਆਪਣੇ ਨਿਸ਼ਾਨ ਖੜੇ ਕਰ ਦਿੱਤੇ ਨੇ, ਮੀਡੀਆ ਆਪਣੇ ਨਿਸ਼ਾਨ ਲਾ ਖੜੇ ਨੇ, ਕਲਚਰ ਆਪਣੇ ਨਿਸ਼ਾਨ ਲਾ ਖੜੇ ਨੇ, ਯੂਨੀਵਰਸਿਟੀਆਂ ਮੈਡੀਕਲ ਫੀਲਡ ਨੇ ਆਪਣੇ ਨਿਸ਼ਾਨ ਲਾ ਖੜੇ ਨੇ, ਠੀਕ ਹੈ। ਅਸੀਂ ਉਹਨਾਂ ਦੇ ਨਿਸ਼ਾਨ ਪੜ ਵੇਖ ਨਾ ਤੇ ਸਾਡੇ ਹਵਾਈਆਂ ਉੱਡੀਆਂ ਹੁੰਦੀਆਂ ਨੇ, ਕੋਈ ਇਹ ਹੋ ਗਿਆ ਤੇ ਉਹ ਹੋ ਗਿਆ, ਤੇ ਮਰ ਗਏ ਤੇ ਲੁੱਟ ਗਏ ਤੇ ਖੱਪ ਗਏ ਤੇ ਭੈੜਾ ਹਾਲ ਮੰਦੇ ਦਿਹਾੜੇ, ਠੀਕ ਹੈ। ਤੇ ਜਿਹੜੇ ਖੁਦਾ ਦੇ ਨਿਸ਼ਾਨ ਨੇ, ਖੁਦਾ ਦੀ ਆਵਾਜ਼ ਜਿਹੜੀ ਹੈ ਨਾ, ਉਹ ਮਿਊਟ ਹੋ ਚੁੱਕੀ ਹੁੰਦੀ ਹੈ, ਉਹਨੂੰ ਅਸੀਂ ਸੁਣਦੇ ਕੋਈ ਨਹੀਂ। ਦੈਟਸ ਦ ਮੇਜਰ ਪ੍ਰੋਬਲਮ। ਇਹ ਤੋਂ ਇੰਟਰਵੀਨ ਕਰਨ ਲਈ ਕਹਿੰਦਾ ਖੁਦਾਵੰਦ ਕਿ ਤੇਰੀ ਆਵਾਜ਼ ਸਾਨੂੰ ਚਾਹੀਦੀ ਹੈ, ਸਾਨੂੰ ਦੁਸ਼ਮਣ ਦੇ ਝੰਡੇ ਨਹੀਂ ਚਾਹੀਦੇ, ਸਾਨੂੰ ਦੁਸ਼ਮਣ ਦੇ ਨਿਸ਼ਾਨ ਨਹੀਂ ਚਾਹੀਦੇ, ਸਾਨੂੰ ਖੁਦਾਵੰਦ ਤੇਰਾ ਕਮਿਊਨੀਕੇਸ਼ਨ ਚਾਹੀਦਾ ਵੇ। ਤੂੰ ਬੋਲ, ਉਤੋਂ ਜਿਹੜਾ ਤੇਰਾ ਨਾਂ ਲੈ ਕੇ ਬੋਲਣ ਡਏ ਨੇ ਉਹ ਖੋਚਲ ਨੇ, ਉਤੋਂ ਸਾਰੇ ਫਾਲਸ ਨੇ, ਕਿਉਂਕਿ ਉਹਦੇ ਆਪਣੀਆਂ ਗੱਲਾਂ ਬੋਲਣ ਡਏ ਨੇ, ਉਹਨਾਂ ਤੇਰੇ ਕੋਲ ਸੁਣੇ ਕੋਈ ਨਹੀਂ, ਤੂੰ ਕੀ ਕਹਿਣ ਡਿਆ? So that's the major reason. That's why we need to raise and we need to communicate what the Bible says rather than what the culture says. That's the major context. Thank you, Pastor G, ਇਸ ਰਿਫਲੈਕਸ਼ਨ ਲਈ। ਮੈਂ ਧੰਨਵਾਦ ਕਰਦੀ ਹਾਂ ਜਿਹੜੇ ਸਾਰੇ ਸਾਡੇ ਨਾਲ ਇਸ ਐਪੀਸੋਡ ਵਿੱਚ ਸ਼ਾਮਿਲ ਹੋਇਆ। ਕੱਲ ਰਾਤ ਨੂੰ ਅਸੀਂ ਫਿਰ ਇਸੇ ਟਾਈਮ ਤੁਹਾਡੇ ਸਾਰੇ ਨਾਲ ਮਿਲ ਕੇ ਪੰਜਾਬੀ ਵਿੱਚ ਆਸਫ ਦੀ ਜ਼ਬੂਰਾਂ ਦੀ ਸਟੱਡੀ ਕਰਾਂਗੇ। Thank you. Thank you.